ਗੁਰ ਪੂਰਨ ਨਾਰਾਇਣ ਗੁਰ ਦਇਆਲ ਸਮਰੱਥ ਗੁਰ ਗੁਰ ਨਾਨਕ ਪਤਿ ਉਦਾਹਰਨ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਵਰਾ, ਗੁਰਦੇਵ ਸਖਾ ਅਗਿਆਨ ਭੰਜਨ, ਗੁਰਦੇਵ ਬੰਧਿਪ ਸਹੋਦਰਾ, ਗੁਰਦੇਵ ਦਾਤਾ ਹਰਿ ਨਾਮ ਉਪਦਿਸੈ, ਗੁਰਦੇਵ ਮੰਤ ਨਿਰੋਧਰਾ, ਗੁਰਦੇਵ ਸ਼ਾਂਤੀ ਸਤ ਬੁੱਧਿ ਮੂਰਤੀ। ਗੁਰ ਮੇਰੀ ਪੂਜਾ ਗੁਰੂ ਗੋਬਿੰਦ, ਗੁਰ ਮੇਰਾ ਪਾਰ ਬ੍ਰਹਮ, ਗੁਰ ਭਗਵੰਤ, ਗੁਰ ਮੇਰਾ ਦੇਉ ਅਲਖ ਅਭੇਉ, ਸਰਬ ਪੂਜ ਚਰਨ ਗੁਰ ਸੇਉ। ਗੁਰ ਬਿਨ ਅਵਰ ਨਾਹੀ ਮੈਂ ਥਾਉ, ਅਨਦਿਨ ਜਪਉ ਗੁਰੂ ਗੁਰੂ ਨਾਉ। ਗੁਰ ਮੇਰਾ ਗਿਆਨ, ਗੁਰ ਹਿਰਦੈ ਧਿਆਨ, ਗੁਰ ਗੋਪਾਲ ਪੁਰਖ ਭਗਵਾਨ। ਗੁਰ ਕੀ ਸਰਨ ਰਹਉ ਕਰ ਜੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਬੋਇਥ ਤਾਰੇ ਭਾਵ ਪਾਰ, ਗੁਰ ਸੇਵਾ ਜਮ ਤੇ ਛੁਟਕਾਰ, ਅੰਧਕਾਰ ਮਹਿ। ਗੁਰ ਮੰਤਰ ਉਜਾਰਾ, ਗੁਰ ਕਾ ਸੰਗ ਸਗਲ ਨਿਸਤਾਰਾ। ਗੁਰ ਪੂਰਾ ਪਾਈਏ ਵਡ ਭਾਗੀ, ਗੁਰ ਕੀ ਸੇਵਾ ਦੁਖ ਨਾ ਲਾਗੀ। ਗੁਰ ਕਾ ਸ਼ਬਦ ਨਾ ਮਿਟੈ ਕੋਏ, ਗੁਰ ਨਾਨਕ ਨਾਨਕ ਹਾਰੇ ਸੋਏ। ਗੁਰ ਨਾਨਕ ਨਾਨਕ ਹਰਿ ਸੋਏ। ਇਸ ਲਈ ਆਖਿਓ ਨਹੀਂ ਅੱਜ ਫਿਰ, ਮਹਿਮਾ ਕਹੀ ਨਾ ਜਾਏ, ਮਹਿਮਾ ਕਹੀ ਨਾ ਜਾਏ। ਮਹਿਮਾ ਸਤਿਗੁਰਾਂ ਦੀ ਪਾਵਨ ਸ਼ਖਸੀਅਤ ਦੇ ਬਾਬਤ ਬਹੁਤ ਕੁਝ ਨਹੀਂ ਕਿਹਾ ਜਾ ਸਕਦਾ। ਅਸੀਂ ਉਹਨਾਂ ਦੇ ਸਿੱਖ ਹਾਂ, ਅਸੀਂ ਉਹਨਾਂ ਦੇ ਸੇਵਕ ਹਾਂ, ਲੇਕਿਨ ਸਾਰੇ ਨਾ ਅਸੀਂ ਅਲਪ ਬੁੱਧੀ ਵਾਲੇ ਹਾਂ, ਥੋੜ੍ਹੀ ਥੋੜ੍ਹੀ ਬੁੱਧੀ ਵਾਲੇ। ਜੇ ਕੋਈ ਕੁਝ ਕਹਿ ਕੇ ਤੇ ਇਉਂ ਸਮਝੇ ਨਾ ਕਿ ਮੈਂ ਬਹੁਤ ਕੁਝ ਕਹਿ ਲਿਆ, ਮੈਂ ਬੜੀ ਮਹਿਮਾ ਕਰ ਲਈ। ਮਹਿਮਾ ਤੋਂ ਭਾਵ ਹੈ ਵਡਿਆਈ, ਗੁਣਾਂ ਦਾ ਕਹਿਣਾ, ਗੁਣਾਨਵਾਦ ਨਹੀਂ। ਕੁਛ ਨਹੀਂ ਆਖਿਆ ਜਾ ਸਕਿਆ। ਕਹਿੰਦੇ ਨੇ ਕਿਉਂ ਨਹੀਂ ਕੁਝ ਆਖਿਆ ਜਾ ਸਕਿਆ? ਇਸ ਲਈ ਨਹੀਂ ਆਖਿਆ ਜਾ ਸਕਿਆ ਕਿ ਗੁਰੂ ਮਨੁੱਖ ਨਹੀਂ ਹਨ। ਵਾਹਿਗੁਰੂ, ਗੁਰੂ ਮਨੁੱਖ ਨਹੀਂ ਹਨ। ਮਾਨੁਖ ਕਾ ਕਰ ਰੂਪ ਨਾ ਜਾਣ, ਇਸ ਭੁਲੇਖੇ ਵਿੱਚ ਨਾ ਪੈ ਜਾਣਾ ਕਿ ਜਦੋਂ ਉਹਨਾਂ ਨੇ, ਜੇ ਉਹਨਾਂ ਨੇ ਮਾਤਾ ਜੀ ਦੀ ਕੁੱਖ ਤੋਂ ਜਨਮ ਲਿਆ ਹੈ ਤਾਂ ਉਹ ਮਨੁੱਖਾਂ ਵਰਗੇ ਹੀ ਨੇ, ਕੇਵਲ ਮਨੁੱਖੀ ਪੱਧਰ ਤੇ ਹੀ ਨਹੀਂ ਵਿਚਰਨ ਵਾਲੇ, ਵਰਤਣ ਵਾਲੇ। ਕਹਿੰਦੇ ਨੇ ਨਹੀਂ। ਮਾਣਯੋਗ ਜੀ ਨੇ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਹੋਰਾਂ ਨੇ ਕੀਰਤਨ ਕਰਦਿਆਂ ਹੋਇਆਂ ਅੰਤ ਵਿੱਚ ਜਦੋਂ ਸ਼ਬਦ ਸਰਵਣ ਕਰਵਾਇਆ ਨਾ, ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰਿ ਨਾਮਾ। ਪ੍ਰਵਾਨ ਗਣੀ ਸੇਈ ਇਹ ਆਏ, ਸਫਲ ਤਿਨਾ ਕੇ ਕਾਮਾ। ਹਰਿ ਜਨ ਕੈ ਹਉ ਬਲ ਜਾਈ, ਕੇਸਾਂ ਕਾ ਕਰ ਚਬਰ ਟੁਲਾਵਾਂ। ਚਰਨ ਥੋੜੀ ਮੁਖ ਲਾਈ, ਕਹਿੰਦੇ ਨੇ ਜਨਮ ਮਰਨ ਦੁਹੂ ਮੈਂ ਨਾਹੀ। ਹਾਂਜੀ, ਜਨਮ ਮਰਨ ਦੁਹੂ ਮੈਂ ਨਾਹੀ। ਜਨ ਪਰ ਉਪਕਾਰੀ ਆਏ। ਆਏ ਕਾਹਦੇ ਲਈ? ਜੀ ਦਾਨ ਦੇ ਭਗਤੀ ਲਾਇਨ, ਹਰਸਿਓ ਲੈਣ ਮਿਲਾਏ। ਹੁਣ ਜਿਹੜੇ ਆਪ ਜੰਮਣ ਮਰਨ ਤੋਂ ਬਾਹਰੇ ਨੇ, ਸੁਭਾਵਕ ਹੈ ਨਾ, ਜੰਮਣ ਮਰਨ ਤੋਂ ਉਹੀ ਸਾਨੂੰ ਦੂਜਿਆਂ ਨੂੰ ਵੀ ਬਾਹਰ ਕੱਢ ਸਕਦੇ ਨੇ। ਜਿਹੜੇ ਆਪ ਦੁੱਖ ਤੇ ਸੁੱਖ ਦੇ ਵਿੱਚ ਭਟਕਦੇ ਹੋਣ, ਭਰਮਦੇ ਹੋਣ, ਪਰੇਸ਼ਾਨ ਹੁੰਦੇ ਹੋਣ,
ਮਿਲ ਗਿਆ ਤੇ ਬਹੁਤ ਪ੍ਰਸੰਨ, ਨਾ ਮਿਲਿਆ ਤੇ ਬੜੇ ਦੁਖੀ। ਉਹ ਤਾਂ ਨਹੀਂ ਨਾ ਸਾਨੂੰ ਦੁੱਖਾਂ ਸੁੱਖਾਂ ਤੋਂ ਉੱਪਰ ਚੁੱਕ ਸਕਦੇ, ਉਹ ਹੀ ਚੁੱਕ ਸਕਣਗੇ ਨਾ ਜਿਹੜੇ ਆਪ ਦੁੱਖਾਂ ਸੁੱਖਾਂ ਤੋਂ ਉੱਤੇ ਨੇ। ਹਜ਼ੂਰ ਜੀ ਨੇ ਨਾ, ਗੁਰੂ ਕਲਗੀਧਰ ਸਾਹਿਬ ਨੇ ਪਾਵਨ ਵਚਨ ਆਖਿਆ, ਅਸੀਂ ਰਹਿ ਰਾਸ ਸਮੇਂ ਚੌਪਈ ਸਾਹਿਬ ਦਾ ਪਾਠ ਕਰਦੇ ਹਾਂ, ਅਸੀਂ ਚੇਤਾ ਕਰਦੇ ਹਾਂ ਨਾ, ਕਦੀ ਸ੍ਰਿਸ਼ਟੀ ਪੈਦਾ ਕਰਕੇ ਪਸਾਰੇ ਵਿੱਚ ਹੈ ਤੇ ਕਦੀ ਸੰਕੁਚਵੇਂ ਰੂਪ ਦੇ ਵਿੱਚ ਸ਼ੰਕਰ ਹੋਇਆ ਬੈਠਾ ਹੈ। ਭਾਵ ਪਸਾਰੇ ਵਿੱਚ ਵੀ ਉਹ ਆਪ ਹੈ ਤੇ ਪ੍ਰਸੰਨ ਹੈ, ਤੇ ਸੁੰਨ ਅਵਸਥਾ ਵਿੱਚ ਬੈਠਾ ਹੋਇਆ ਇਕੱਲਾ ਹੈ, ਕੇਵਲ ਹੋਰ ਕੁਛ ਹੈ ਹੀ ਨਹੀਂ, ਤੇ ਤਾਂ ਵੀ ਬਹੁਤ ਪ੍ਰਸੰਨ ਹੈ। ਸਤਿਗੁਰੂ ਮਹਾਰਾਜ ਨਾ ਗੁਰੂ ਨਾਨਕ ਸਾਹਿਬ ਜੀ ਦੀ ਸਿਫਤ ਸਲਾਹ ਕਰਦਿਆਂ ਹੋਇਆਂ ਬਹੁਤ ਸਾਰੇ ਵਿਦਵਾਨਾਂ ਨੇ ਬਹੁਤ ਕੁਝ ਲਿਖਿਆ ਹੈ, ਔਰ ਬਾਕੀ ਵਿਦਵਾਨਾਂ ਦੀ ਬਾਤ ਤਾਂ ਬਾਅਦ ਵਿੱਚ ਆਉਂਦੀ ਹੈ ਨਾ। ਭਾਵੇਂ ਸਾਡੇ ਮਾਣਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ, ਭਾਵੇਂ ਸਾਡੇ ਪਾਸ ਮਾਣਯੋਗ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ, ਭਾਵੇਂ ਉਹਨਾਂ ਦੇ ਦਰਾਂ ਤੋਂ ਵਰਸਾਏ ਹੋਏ, ਉਹਨਾਂ ਦੀਆਂ ਰਚਨਾਵਾਂ ਤੋਂ ਵਰਸਾਏ ਹੋਏ ਗੁਰੂ ਕੇ ਹੋਰ ਅਨੇਕਾਂ ਬੇਅੰਤ ਸਿੱਖ ਨੇ, ਲੇਕਿਨ ਗੁਰੂ ਨਾਨਕ ਸਾਹਿਬ ਜੀ ਦੀ ਸਿਫਤ ਤਾਂ ਸਾਰੇ ਗੁਰੂ ਪਾਤਸ਼ਾਹ ਆਪ ਕਰਦੇ ਨੇ ਪਏ। ਹੁਣ ਜਿੰਨੇ ਵੀ ਸ਼ਬਦ ਆਪਾਂ ਥੋੜ੍ਹੇ ਥੋੜ੍ਹੇ ਵਿਚਾਰੇ ਨੇ, ਸੰਖੇਪਤਾ ਦੇ ਨਾਲ ਹੁਣੇ ਸਰਵਣ ਕੀਤੇ ਨੇ, ਹਾਂਜੀ, ਇਹ ਸਾਰੇ ਸ਼ਬਦ ਗੁਰੂ ਸਾਹਿਬਾਨ ਦੇ ਨੇ ਨਾ, ਔਰ ਇਹਨਾਂ ਵਿੱਚੋਂ ਗੁਰੂ ਨਾਨਕ ਸਾਹਿਬ ਦਾ ਕੋਈ ਸ਼ਬਦ ਨਹੀਂ ਹੈ। ਮਾਣਯੋਗ ਸਿੰਘ ਸਾਹਿਬ ਹੋਰਾਂ ਨੇ, ਭਾਈ ਸਾਹਿਬ ਗਿਆਨੀ ਹਰਨਾਮ ਸਿੰਘ ਹੋਰਾਂ ਨੇ ਬੜੇ ਪਿਆਰ ਦੇ ਨਾਲ ਅੱਜ ਜਿਸ ਸ਼ਬਦ ਦਾ ਸਾਨੂੰ ਪਾਠ ਸਰਵਣ ਕਰਵਾਇਆ ਹੈ ਨਾ, ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪੰਨਾ 522 ਤੇ ਸੁਭਾਏਮਾਨ ਹੈ, ਵਾਰ ਹੈ, ਵਾਰ ਦੀ 16ਵੀਂ ਪੌੜੀ ਤੇ 16ਵੀਂ ਪੌੜੀ ਦੇ ਨਾਲ ਦੋ ਸ਼ਲੋਕ ਅੰਕਿਤ ਹੋਏ। ਵਾਰ ਦੀ ਪੌੜੀ ਵੀ ਪੰਜਵੇਂ ਪਾਤਸ਼ਾਹ ਦੀ ਉਚਾਰਿਤ, ਸ਼ਲੋਕ ਵੀ ਦੋਵੇਂ ਪੰਜਵੇਂ ਪਾਤਸ਼ਾਹ ਦੇ ਉਚਾਰਿਤ, ਉਹਨਾਂ ਦੇ ਉਚਾਰੇ ਹੋਏ। ਅਰੇ ਅਸੀਂ ਸਾਰੇ ਅਦਬ ਰੱਖਣ ਵਾਲੇ, ਬੜੇ ਸਤਿਕਾਰ ਰੱਖਣ ਵਾਲੇ, ਭਾਵਨਾ ਰੱਖਣ ਵਾਲੇ, ਅਸੀਂ ਸਮਝਦੇ ਹਾਂ ਗੁਰੂ ਨਾਨਕ ਕਰਤਾਰ ਹੈ, ਗੁਰੂ ਨਾਨਕ ਨਿਰੰਕਾਰ ਸਰੂਪ ਹੈ। ਫਰਕ ਸਿਰਫ ਇਤਨਾ ਹੈ ਕਿ ਨਿਰੰਕਾਰ ਨਿਰਆਕਾਰ ਹੈ ਤੇ ਗੁਰੂ ਨਾਨਕ ਮਹਾਰਾਜ ਸਾਕਾਰ ਨੇ, ਸਾਕਾਰ। ਅਸੀਂ ਦੇਖਦੇ ਹਾਂ ਬਚਨ ਹੋਇਆ ਪਾਵਨ ਪੰਜਵੇਂ ਪਾਤਸ਼ਾਹ ਮਹਾਰਾਜ ਦਾ, ਪੋਥੀ ਪਰਮੇਸ਼ਰ ਕਾ ਥਾਨ। ਪੋਥੀ ਆਖਿਆ ਗਿਆ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਇਹ ਹੋਰ ਨਹੀਂ ਕੁਛ, ਇਹ ਪਰਮੇਸ਼ਰ ਦਾ ਥਾਂ ਹੈ। ਹੁਣ ਮਾਣਯੋਗ ਜੀ ਕਹਿ ਰਹੇ ਸਨ, ਜਿਸ ਵੇਲੇ ਤੁਸੀਂ ਦਰਸ਼ਨ ਕਰਦੇ ਹੋ, ਆ ਕੇ ਮੱਥਾ ਟੇਕਦੇ ਹੋ ਸਨਮੁਖ ਤੇ ਸਾਹਮਣੇ ਸ਼ੀਸ਼ੇ ਵਿੱਚੋਂ ਥੱਲੇ ਵੀ ਝਾਤੀ ਪੈ ਜਾਂਦੀ ਹੈ ਮਹਾਰਾਜ ਦੇ ਸ਼ਹੀਦੀ ਸਥਾਨ ਦੀ, ਹੈ ਨਾ, ਇਹ ਵੀ ਦਰਸ਼ਨ ਹੋ ਜਾਂਦੇ ਨੇ। ਲੇਕਿਨ ਮੈਂ ਐਸਾ ਵੀ ਪ੍ਰਤੀਤ ਕਰਦਾ, ਜਦੋਂ ਕੋਈ ਨਮਸਕਾਰ ਕਰ ਰਿਹਾ ਹੁੰਦਾ ਹੈ, ਅਰਦਾਸ ਕਰ ਰਿਹਾ ਹੁੰਦਾ ਹੈ, ਤੇ ਉਸ ਦੀ ਸੁਰਤੀ ਭਾਵੇਂ ਅੱਖਾਂ ਖੁੱਲ੍ਹੀਆਂ ਹੀ ਹੋਣ ਨਾ, ਇਉਂ ਜਾਪੇ ਵੀ ਆਪਣੀਆਂ ਅੱਖਾਂ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਵੇਖ ਰਿਹਾ, ਦਰਸ਼ਨ ਕਰ ਰਿਹਾ ਹੈ। ਸੁਰਤੀ ਪਰਮੇਸ਼ਰ ਵਿੱਚ ਹੈ। ਅਰਦਾਸ ਅਸੀਂ ਪਰਮੇਸ਼ਰ ਦੇ ਸਨਮੁਖ ਕਰ ਰਹੇ ਹੁੰਦੇ ਹਾਂ, ਤੇ ਸਾਡੀ ਸੁਰਤੀ ਵਿੱਚ ਇਹ ਗੱਲ ਬੜੀ ਭਲੀ ਪ੍ਰਕਾਰ ਟਿਕੀ ਹੋਈ ਹੈ, ਵਾਹ ਵਾਹ ਬਾਣੀ ਨਿਰੰਕਾਰ ਹੈ। ਅਸੀਂ ਨਿਰੰਕਾਰ ਦੇ ਸਨਮੁਖ ਅਰਦਾਸ ਕਰ ਰਹੇ ਹਾਂ। ਔਰ ਇੱਥੇ ਹੀ ਨਾ ਸਾਨੂੰ ਸਤਿਗੁਰੂ ਮਹਾਰਾਜ ਨੇ ਨਾ ਫਿਰ ਗੱਲ ਸਮਝਾਈ, ਗੁਰੂ ਨਾਨਕ ਸਾਕਾਰ ਰੂਪ ਨੇ ਔਰ ਕਰਤਾਰ ਨਿਰਆਕਾਰ ਰੂਪ ਹੈ, ਹੋਰ ਕੁਛ ਨਹੀਂ ਹੈ। ਆਪ ਨਾਰਾਇਣ ਕਲਾ ਤਹਾਰ ਜਗ ਮੈਂ ਪਰਵਰਿਆ, ਹੋਰ ਨਹੀਂ ਕੁਛ। ਮਾਣਯੋਗ ਭਾਈ ਸਾਹਿਬ ਹੋਰਾਂ ਨੇ, ਨੰਦ ਲਾਲ ਜੀ ਨੇ ਜਿਸ ਵੇਲੇ ਪਿਆਰ ਦੇ ਨਾਲ ਵਚਨ ਕੀਤਾ, ਕਹਿਣ ਲੱਗੇ ਗੁਰੂ ਨਾਨਕ ਆਮਦ ਨਾਰਾਇਣ ਸਰੂਪ। ਸ਼ੁਰੂ ਹੀ ਇੱਥੋਂ ਕਰਦੇ ਨੇ ਗੰਜਨਾਮਾ ਵਿੱਚ, ਗੁਰੂ ਨਾਨਕ ਆਮਦ ਨਾਰਾਇਣ ਸਰੂਪ, ਹੁਮਾਨਾ ਨਿਰੰਜਨ ਨਿਰੰਕਾਰ ਰੂਪ।
ਗੁਰੂ ਨਾਨਕ ਹੋਰ ਕੁਛ ਨਹੀਂ ਹੈ, ਇਹ ਨਾਰਾਇਣ ਦਾ ਸਰੂਪ ਨੇ। ਨਾਰਾਇਣ ਕਿਸ ਨੂੰ ਆਖਿਆ ਗਿਆ? ਜਿਸ ਦਾ ਜਲਾਂ ਵਿੱਚ ਥਲਾਂ ਵਿੱਚ ਸਾਰੇ ਜੀਵਾਂ ਦੇ ਵਿੱਚ ਨਿਵਾਸ ਹੈ। ਨਾਰਾਇਣ ਸਰੂਪ। ਉਮਾ ਨਾ ਨਿਰੰਜਨ, ਨਿਰੰਜਨ ਆਖਿਆ ਗਿਆ ਜਿਸ ਦੇ ਉੱਪਰ ਮਾਇਆ ਦਾ ਕੋਈ ਪ੍ਰਭਾਵ ਨਹੀਂ ਹੈ, ਕੋਈ ਪ੍ਰਭਾਵ ਨਹੀਂ ਹੈ। ਭਾਵੇਂ ਉਹ ਪਰਿਵਾਰ ਵਿੱਚ ਨੇ, ਭਾਵੇਂ ਉਹ ਜੀਆਂ ਦੇ ਵਿੱਚ ਨੇ, ਭਾਵੇਂ ਉਹ ਕਰਤਾਰਪੁਰ ਵਿੱਚ ਨੇ, ਭਾਵੇਂ ਉਹ ਨਨਕਾਣਾ ਸਾਹਿਬ ਤਲਵੰਡੀ ਦੇ ਖੇਤਾਂ ਵਿੱਚ ਨੇ, ਭਾਵੇਂ ਕਿਸੇ ਥਾਂ ਤੇ ਵੀ ਨੇ, ਭਾਵੇਂ ਸੰਗਤਾਂ ਲਿਆ ਲਿਆ ਕੇ ਮਾਇਆ ਦੇ ਪਦਾਰਥਾਂ ਦੇ ਢੇਰ ਲਗਾਉਂਦੀਆਂ ਪਈਆਂ ਨੇ, ਪਰ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਨਿਰੰਜਨ ਨੇ। ਮਾਇਆਵੀ ਪ੍ਰਭਾਵ ਤੋਂ ਬਹੁਤ ਉੱਚੇ ਉੱਠੇ ਹੋਏ ਨੇ। ਨਿਰੰਕਾਰ ਰੂਪ, ਨਿਰੰਜਨ ਨਿਰੰਕਾਰ ਰੂਪ। ਬਸ ਅੱਜ ਵੀ ਨਾ ਸਤਿਗੁਰਾਂ ਨੇ ਸਾਨੂੰ ਐਸੀ ਬਾਤ ਹੀ ਸਮਝਾਈ ਹੈ ਪਿਆਰ ਨਾਲ। ਜਿਹੜੇ ਤੁਸੀਂ ਪ੍ਰੇਮੀ ਬਾਅਦ ਵਿੱਚ ਆਏ ਹੋ, ਸਾਨੂੰ ਸ਼ਬਦ ਸਰਵਣ ਕਰਨ ਦਾ ਮੌਕਾ ਨਹੀਂ ਬਣਿਆ ਹੋਣਾ। ਪਹਿਲਾਂ ਅਸੀਂ ਪੌੜੀ ਦੇ ਬਾਬਤ ਨਾਲ ਥੋੜ੍ਹਾ ਜਿਹਾ ਧਿਆਨ ਕਰ ਲਈਏ, ਜਿਸ ਦੇ ਸੰਬੰਧ ਵਿੱਚ ਮੈਂ ਬੇਨਤੀਆਂ ਆਪ ਦੇ ਪ੍ਰਤੀ ਕਰ ਰਿਹਾ। ਫਿਰ ਅਸੀਂ ਨਾ ਵਿਸਥਾਰ ਵਿੱਚ ਚੱਲਾਂਗੇ। ਸਤਿਗੁਰਾਂ ਨੇ ਆਖਿਆ, ਸੋ ਸਤਿਗੁਰ ਧੰਨ ਧੰਨ ਜਿਨ ਭਰਮ ਗਣ ਤੋੜਿਆ। ਕੌਣ ਕਹਿ ਰਿਹਾ ਹੈ ਹੁਣ? ਇਹ ਕਹਿ ਰਿਹਾ ਹੈ ਜਿਨ੍ਹਾਂ ਨੂੰ ਸ਼ਾਂਤੀ ਦਾ ਪੁੰਜ ਆਖਿਆ ਗਿਆ, ਜਿਨ੍ਹਾਂ ਨੂੰ ਬਾਣੀ ਦੇ ਬੋਥੇ ਆਖਿਆ ਗਿਆ, ਜਿਨ੍ਹਾਂ ਨੂੰ ਹਰਿਮੰਦਰ ਦੇ ਉਸਰਈਏ ਆਖਿਆ ਗਿਆ, ਜਿਨ੍ਹਾਂ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਗਿਆ। ਵਾਹਿਗੁਰੂ ਧੰਨ ਧੰਨ ਸਤਿਗੁਰੂ ਮਹਾਰਾਜ ਗੁਰੂ ਅਰਜਨ ਸਾਹਿਬ ਜੀ, ਉਹ ਸਾਡਾ ਧਿਆਨ ਧਰਾਉਂਦੇ ਪਏ ਨੇ। ਸੋ ਸਤਿਗੁਰੂ ਧੰਨ ਧੰਨ ਜਿਨ ਭਰਮ ਗੜ ਤੋੜਿਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਧੰਨ ਨੇ, ਵਾਹ ਨੇ, ਵਾਹ, ਅਚਰਜ ਨੇ, ਅਲੌਕਿਕ ਨੇ, ਕਮਾਲ ਨੇ। ਉਹਨਾਂ ਦੀ ਰੀਸ ਹੀ ਕੋਈ ਨਹੀਂ ਹੈ ਜਿਨ੍ਹਾਂ ਨੇ ਭਰਮ ਗੜ ਤੋੜਿਆ। ਭਰਮਾਂ ਦੇ ਗੜ, ਭਰਮਾਂ ਦਾ ਗੜ, ਗੜ ਨਾਮ ਹੁੰਦਾ ਹੈ ਕਿਲੇ ਦਾ। ਜਿਹੜੇ ਕਿਲੇ ਦੇ ਵਾਂਗੂ, ਮਜ਼ਬੂਤ ਕਿਲੇ ਦੇ ਵਾਂਗੂ ਨਾ ਸਾਡੇ ਅੰਦਰ ਭਰਮ ਟਿਕੇ ਹੋਏ ਸਨ ਨਾ, ਸਤਿਗੁਰੂ ਮਹਾਰਾਜ ਨੇ ਕਿਰਪਾ ਕਰਕੇ ਨਾ ਸਾਡੇ ਅੰਦਰੋਂ ਭਰਮਾਂ ਦੇ ਗੜ ਤੋੜ ਦਿੱਤੇ। ਫਿਰ ਕਹਿੰਦੇ ਨੇ ਸੋ ਸਤਿਗੁਰੂ ਵਾਹ ਵਾਹ ਜਿਹਨੇ ਹਰ ਸਿਉ ਜੋੜਿਆ। ਪਾਠ ਬਹੁਤ ਸੁੰਦਰ ਤੇ ਠੀਕ ਕੀਤਾ ਹੈ। ਵਾਹ ਵਾਹ, ਦੋਹਾਂ ਥਾਵਾਂ ਤੇ ਭਾਵੇਂ ਹਾਹੇ ਨੂੰ ਔਂਕੜ ਨੇ, ਪਰ ਇੱਥੇ ਵਾਹੋ ਵਾਹੋ ਕਹਿਣਾ ਐਸੀ ਜ਼ਰੂਰਤ ਨਹੀਂ ਹੈ। ਜੇ ਇੱਥੇ ਕਹਿਣਾ ਹੋਵੇ ਤਾਂ ਫਿਰ ਸਾਨੂੰ ਪਹਿਲਾਂ ਵੀ ਕਹਿਣਾ ਪਵੇਗਾ ਸੋ ਸਤਿਗੁਰ। ਸਤਿਗੁਰ ਦੇ ਵੀ ਰਾਰੇ ਨੂੰ ਔਂਕੜ ਹੈ। ਜਦੋਂ ਅਸੀਂ ਪਹਿਲੀ ਪੰਕਤੀ ਪੜ੍ਹੀ ਆ, ਉੱਥੇ ਸਤਿਗੁਰੂ ਦੇ ਰਾਰੇ ਨੂੰ ਔਂਕੜ ਦੇ ਨਾਲ ਨਾਲ ਧੰਨ ਦੇ ਨੰਨੇ ਨੂੰ ਵੀ ਔਂਕੜ ਹੈ, ਦੂਜੇ ਧੰਨ ਦੇ ਨੰਨੇ ਨੂੰ ਵੀ ਔਂਕੜ ਹੈ। ਇਸ ਲਈ ਨਾ ਧਿਆਨ ਰੱਖਣ ਦੀ ਲੋੜ ਹੈ ਨਾਉਣ ਤੇ ਉਸ ਦਾ ਐਡਜੈਕਟਿਵ, ਨਾਉ ਤੇ ਉਸ ਦਾ ਵਿਸ਼ੇਸ਼ਣ ਇੱਕ ਵਚਨ ਦੇ ਵਿੱਚ ਨੇ ਜਿਸ ਵੇਲੇ, ਤਾਂ ਉਸ ਵੇਲੇ ਐਸਾ ਔਂਕੜ ਉਚਾਰਿਤ ਨਹੀਂ ਹੁੰਦਾ ਵਿਸ਼ੇਸ਼ਣ ਰੂਪ ਦੇ ਵਿੱਚ। ਜਦੋਂ ਕਿਰਿਆ ਰੂਪ ਦੇ ਵਿੱਚ ਹੋਵੇ, ਜਾਹੋ, ਖਾਹੋ, ਆਓ, ਨਹਾਓ, ਧੋਵੋ, ਗਾਵੋ, ਗਾਓ ਆਦਿ, ਉੱਥੇ ਔਂਕੜ ਦਾ ਉਚਾਰਨ ਹੁੰਦਾ ਹੈ। ਇੱਥੇ ਕੀ ਹੈ? ਸੋ ਸਤਿਗੁਰੂ ਵਾਹ ਵਾਹ, ਸਤਿਗੁਰੂ ਧੰਨ ਹੈ, ਵਾਹ ਹੈ, ਮਹਾਨ ਹੈ, ਜਿਨ ਹਰਿ ਸਿਉ ਜੋੜਿਆ, ਜਿਨ੍ਹਾਂ ਨੇ ਹਰੀ ਦੇ ਨਾਲ ਸਾਨੂੰ ਸਾਰਿਆਂ ਨੂੰ ਜੋੜ ਦਿੱਤਾ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਵਿਸ਼ੇਸ਼ ਸਿਫਤ, ਪਦਾਰਥਾਂ ਨਾਲ ਨਹੀਂ ਜੋੜਿਆ, ਸੂਰਜ ਨਾਲ ਨਹੀਂ ਜੋੜਿਆ, ਪਾਣੀ ਨਾਲ, ਚੰਦਰਮਾ ਦੇ ਨਾਲ, ਧਰਤੀ ਨਾਲ, ਅਸਮਾਨ ਦੇ ਨਾਲ ਨਹੀਂ ਜੋੜਿਆ। ਇਹ ਸੂਰਜ, ਧਰਤੀ, ਅਸਮਾਨ, ਚੰਦ, ਤਾਰੇ ਸਭ ਕੁਛ ਬਣਾਉਣ ਵਾਲੇ ਨਾਲ ਜੋੜਿਆ। ਕਿਰਤ ਨਾਲ ਨਹੀਂ ਜੋੜਿਆ, ਕਰਤੇ ਨਾਲ ਜੋੜਿਆ। ਭਾਵੇਂ ਦੇਵੀ ਦੇਵਤੇ ਵੀ ਮੰਨੇ ਜਾਂਦੇ ਸਨ, ਲੇਕਿਨ ਸਤਿਗੁਰੂ ਮਹਾਰਾਜ ਨੇ ਬੜੇ ਬੁਲੰਦ ਆਵਾਜ਼ ਵਿੱਚ ਇੱਕ ਵਾਰ ਨਹੀਂ ਕਈ ਵਾਰੀ ਆਖਿਆ, ਆਦੇਸ਼ ਤਿਸੈ ਆਦੇਸ਼ ਨਮਸਕਾਰ, ਸਲੂਟ, ਉਸੇ ਨੂੰ ਨਮਸਕਾਰ ਕਰੋ। ਰਸਨਾ ਪਵਿੱਤਰ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ
ਇੱਕ ਹੋਵੇ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ, ਜਿਹੜੇ ਸਦਾ ਹੀ ਇੱਕ ਰੂਪ ਦੇ ਵਿੱਚ, ਇੱਕ ਅਵਸਥਾ ਦੇ ਵਿੱਚ, ਉਸੇ ਨੂੰ ਆਖਿਆ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਫਿਰ ਹੋਰ ਆਖਿਆ ਨਾਮ ਨਿਧਾਨ ਅਖੁੱਟ ਗੁਰ ਦੇ ਦਾਰੂ, ਇਹ ਗੁਰੂ ਕਰਮ ਕਰਦੇ ਨੇ। ਨਾਮ ਦੀ ਦਾਤ, ਵਾਹਿਗੁਰੂ ਜੀ ਦੇ ਸਿਮਰਨ ਦੀ ਦਾਤ, ਵਾਹਿਗੁਰੂ ਜੀ ਦੇ ਯਾਦ ਦੀ ਦਾਤ, ਜਿਹੜੀ ਦਾਤ ਨਿਧਾਨ ਹੈ। ਨਿਧਾਨ ਕਹਿੰਦੇ ਨੇ ਖਜ਼ਾਨੇ ਨੂੰ, ਤੇ ਖਜ਼ਾਨਾ ਉਹ ਜੋ ਅਖੁੱਟ ਹੈ, ਜਿਹੜਾ ਖੁੱਟਦਾ ਨਹੀਂ, ਜਿੱਥੇ ਤੋਟ ਨਹੀਂ ਆਉਂਦੀ। ਹੁਣ ਜਦੋਂ ਅਸੀਂ ਧੀਰਜ ਦੇ ਨਾਲ ਵਿਚਾਰਨ ਦਾ ਯਤਨ ਕਰਾਂਗੇ ਨਾ, ਇਹ ਕਿਹੜੇ ਖਜ਼ਾਨੇ ਦੀ ਗੱਲ ਕੀਤੀ? ਜਿਹੜਾ ਅਖੁੱਟ ਹੈ, ਇਹ ਹੈ ਸ਼ੁਭ ਗੁਣਾਂ ਦਾ ਖਜ਼ਾਨਾ, ਜਿਹੜਾ ਸਤਿਗੁਰੂ ਮਹਾਰਾਜ ਕਰਤਾਰਪੁਰ ਬੈਠ ਕੇ ਵੀ ਪ੍ਰਗਟ ਕੀਤਾ, ਮੱਕੇ ਬੈਠ ਕੇ ਵੀ ਪ੍ਰਗਟ ਕੀਤਾ, ਜਿਹੜਾ ਨਨਕਾਣਾ ਸਾਹਿਬ ਵੀ ਬੈਠ ਕੇ ਪ੍ਰਗਟ ਕੀਤਾ, ਜਿੱਥੇ ਗਏ ਉੱਥੇ ਹੀ ਪ੍ਰਗਟ ਕੀਤਾ। ਹਾਂਜੀ, ਕਰ ਆਵਾ ਗਾਉਣ ਚਿਲਕੇ ਆਉਣ 14 ਰਤਨ ਨਿਕਾਲਿਆਨ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਦਾ ਰਿੜਕਣਾ ਪਾ ਕੇ ਇਹ 14 ਰਤਨ, ਭਾਵ ਹੈ ਬੇਅੰਤ ਰਤਨ ਕੱਢੇ। ਬੇਅੰਤ ਰਤਨ ਕਿਹੜੇ? ਬੇਅੰਤ ਰਤਨ। ਕਿਤਨੀ ਵਾਰ ਨਾ ਮੈਨੂੰ ਦੁਹਰਾਉਣਾ ਹੁੰਦਾ, ਜਦੋਂ ਪ੍ਰਸੰਗ ਆਉਂਦਾ ਐਸਾ ਫਿਰ ਅਸੀਂ ਜ਼ਿਕਰ ਕਰਿਆ ਕਰਦੇ ਹਾਂ। ਕੱਢਿਆ ਸਤਿਗੁਰਾਂ ਨੇ 7, ਸਤਿਗੁਰਾਂ ਨੇ ਕੱਢਿਆ ਸੰਤੋਖ, ਸਤਿਗੁਰਾਂ ਨੇ ਕੱਢਿਆ ਧੀਰਜ, ਸਤਿਗੁਰਾਂ ਨੇ ਕੱਢਿਆ ਪਿਆਰ, ਸਤਿਗੁਰਾਂ ਨੇ ਕੱਢਿਆ ਪਰਉਪਕਾਰ, ਸਤਿਗੁਰਾਂ ਨੇ ਕੱਢੀ ਖਿਮਾ, ਛਿਮਾ ਕਰ ਦੇਣ ਵਾਲਾ ਸ਼ੁਭ ਗੁਣ, ਔਰ ਸਤਿਗੁਰਾਂ ਨੇ ਕੱਢੀ ਇੱਥੋਂ ਬਹਾਦਰੀ, ਇੱਥੋਂ ਕੱਢੀ ਨੇਕੀ, ਔਰ ਇੱਥੋਂ ਕੱਢੀ ਫਿਰ ਸ਼ਹਾਦਤ। ਵਾਹਿਗੁਰੂ ਗੁਰੂ ਕਾ ਸਿੱਖ ਸੂਰਮਾ ਵੀ ਬਣਾਇਆ, ਗੁਰੂ ਕਾ ਸਿੱਖ ਸ਼ਹੀਦ ਵੀ ਹੋਇਆ, ਗੁਰੂ ਕਾ ਸਿੱਖ ਪਰਉਪਕਾਰੀ ਵੀ ਬਣਿਆ। ਹਾਂਜੀ, ਦੇਖੋ ਨਾ, ਹੁਣ ਮੈਨੂੰ ਚੇਤਾ ਕਰਵਾਉਣਾ ਪਏਗਾ, ਅਸੀਂ ਜਿਸ ਪਾਵਨ ਸਥਾਨ 'ਤੇ ਜੁੜੇ ਬੈਠੇ ਹਾਂ, ਇਸ ਪਾਵਨ ਅਸਥਾਨ 'ਤੇ ਮਹਾਰਾਜ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਵਿੱਤਰ ਖੂਨ ਡੁੱਲਾ ਹੈ ਨਾ। ਜਿਸ ਵੇਲੇ ਭਾਵੇਂ ਅਸੀਂ ਕਿਸੇ ਪਾਸਿਓਂ ਵੀ ਅੰਦਰ ਦਾਖਲ ਹੁੰਦੇ ਹਾਂ, ਤੇ ਸਥਾਨ 'ਤੇ ਨਾ ਥੱਲੇ ਹੱਥ ਰੱਖ ਕੇ ਲਾ ਕੇ ਤੇ ਅਸੀਂ ਮੱਥੇ ਨੂੰ ਧੂੜ ਲਾਉਂਦੇ ਹਾਂ। ਇੱਟਾਂ ਪਵਿੱਤਰ ਨਹੀਂ ਹੁੰਦੀਆਂ, ਵਾਹਿਗੁਰੂ, ਕੁਛ ਪਵਿੱਤਰ ਨਹੀਂ ਹੁੰਦਾ। ਮੈਨੂੰ ਖਿਮਾ ਕਰਿਓ ਜੇ ਮੈਂ ਹੱਥ ਜੋੜ ਕੇ ਆਖਦਾ, ਲੇਕਿਨ ਸਾਰਾ ਕੁਛ ਹੀ ਪਵਿੱਤਰ ਹੋ ਜਾਂਦਾ ਹੈ ਜਿਸ ਵੇਲੇ ਨਾਮ ਜਪਿਆ ਜਾਂਦਾ ਹੈ। ਜਿਸ ਸਥਾਨ 'ਤੇ ਪਵਿੱਤਰ ਸ਼ਖਸੀਅਤ ਬੈਠ ਜਾਂਦੀ ਹੈ, ਜਿਸ ਸਥਾਨ 'ਤੇ ਪਵਿੱਤਰ ਖੂਨ ਡੁੱਲਾ, ਉਹਦਾ ਜ਼ਰਾ ਜ਼ਰਾ ਪਵਿੱਤਰ ਹੋ ਗਿਆ। ਪਵਿੱਤਰ ਹੋਏ ਗੋ ਗ੍ਰਾਮ ਦੇਹੀ ਕਿਸਕੀ ਬਾਪੁਰੀ। ਮਾਣਯੋਗ ਜੀ ਨੇ ਆਖਿਆ, ਬਾਬਾ ਕਬੀਰ ਜੀ ਹੋਰਾਂ ਨੇ ਔਰ ਗੁਰਦੇਵ ਗੁਰੂ ਨਾਨਕ ਸਾਹਿਬ ਨੇ ਨੋਟ ਕੀਤਾ, ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਸ ਸਥਾਨ 'ਤੇ ਪਵਿੱਤਰ ਖੂਨ ਡੁੱਲਾ, ਜਿਹੜਾ ਪਰਉਪਕਾਰ ਹਿਤ ਡੁੱਲਾ। ਲੇਕਿਨ ਅਸੀਂ ਇਹ ਵੀ ਨਾ ਭੁੱਲੀਏ ਕਿ ਸਤਿਗੁਰਾਂ ਦਾ ਖੂਨ ਡੁੱਲਣ ਤੋਂ ਪਹਿਲਾਂ ਇੱਥੇ ਮਾਣਯੋਗ ਭਾਈ ਸਾਹਿਬ ਭਾਈ ਮਤੀ ਦਾਸ ਹੋਰਾਂ ਦਾ ਵੀ ਖੂਨ ਡੁੱਲਾ, ਜਿਨ੍ਹਾਂ ਨੂੰ ਆਰੇ ਨਾਲ ਚੀਰਿਆ ਗਿਆ। ਇੱਥੇ ਭਾਈ ਦਿਆਲਾ ਜੀ ਹੋਰਾਂ ਦਾ ਵੀ ਖੂਨ ਡੁੱਲਾ, ਜਿਨ੍ਹਾਂ ਨੂੰ ਜਿਉਂਦੇ ਜਾਗਦੇ ਦੇਗਚੇ ਵਿੱਚ ਪਾ ਕੇ ਤੇ ਉਬਾਲ ਦਿੱਤਾ ਗਿਆ। ਵਾਹਿਗੁਰੂ, ਅੰਦਾਜ਼ਾ ਕਰੋ ਨਾ। ਇੱਥੇ ਭਾਈ ਸਤੀਦਾਸ ਹੋਣੀ ਵੀ ਸ਼ਹੀਦ ਹੋਏ, ਜਿਨ੍ਹਾਂ ਨੂੰ ਰੂਈ ਨਾਲ ਲਪੇਟ ਕੇ ਤੇ ਥੰਮ ਦੇ ਨਾਲ ਬੰਨ੍ਹ ਕੇ ਜਿਉਂਦੇ ਜੀ ਅੱਗ ਲਾ ਕੇ ਸਾੜਿਆ ਗਿਆ। ਵਾਹਿਗੁਰੂ, ਹੈ ਨਾ। ਇਹ ਗੁਣ ਕਿੰਨੇ ਪ੍ਰਗਟ ਕੀਤੇ? ਇਹ ਗੁਣ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਪ੍ਰਗਟ ਕੀਤੇ। ਕਾਹਦੇ ਨਾਲ ਪ੍ਰਗਟ ਕੀਤੇ? ਸ਼ਬਦ ਨਾਲ ਪ੍ਰਗਟ ਕੀਤੇ। ਸ਼ਬਦ ਨਾਲ ਪ੍ਰਗਟ ਕੀਤੇ, ਉਸੇ ਸ਼ਬਦ ਨਾਲ
ਜਿਹੜਾ ਸ਼ਬਦ ਅੱਜ ਵੀ ਸਾਡੀ ਝੋਲੀ ਵਿੱਚ ਪਾਇਆ ਗੁਰੂ ਪਾਤਸ਼ਾਹ ਜੀ ਨੇ, ਮਹਾਰਾਜ ਨੇ। ਇਹੀ ਕਾਰਨ ਹੈ ਕਿ ਮਤੀ ਦਾਸ ਹੋਰਾਂ ਤੋਂ ਬਾਅਦ ਵੀ ਕਿਤਨੇ ਸਾਰੇ ਮਤੀ ਦਾਸ ਹੋਏ, ਦੇਗਿਆਂ ਵਿੱਚ ਉਬਾਲੇ ਖਾਣ ਵਾਲੇ ਕਿਤਨੇ ਹੋਏ, ਸ਼ਹੀਦ ਹੋਣ ਵਾਲੇ ਕਿਤਨੇ ਹੋਏ, ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਇਤਨੇ ਬੇਅੰਤ ਸ਼ਹੀਦ ਹੋਏ। ਦੁਨੀਆ ਦੇ ਵਿਦਵਾਨ ਆਖਦੇ ਨੇ, ਵੈਸੇ ਸ਼ਹਾਦਤ ਤਾਂ ਹਮੇਸ਼ਾ ਕੌਮਾਂ ਦਾ ਗਹਿਣਾ ਹੁੰਦਾ ਹੈ। ਸ਼ਹਾਦਤ, ਕੌਮ ਦੇ ਵਿੱਚ ਕਿਸੇ ਦੀ ਸ਼ਹਾਦਤ ਹੋਈ ਹੋਵੇ। ਬਲੱਡ ਆਫ ਮਾਰਟੀਅਰ ਇਜ਼ ਦਾ ਸੀਡ ਆਫ ਦਾ ਚਰਚ, ਉਹ ਐਂ ਆਖਿਆ ਕਰਦੇ ਨੇ। ਪਰ ਇੱਥੇ ਕੋਈ ਇੱਕ ਸ਼ਹੀਦ ਹੋਇਆ, ਪਰ ਉਪਕਾਰ ਦੇ ਵਾਸਤੇ ਕਿਸੇ ਇੱਕ ਨੇ ਸਿਰ ਦਿੱਤਾ। ਮੈਂ ਜੀ ਆਖਾਂ ਕਿ ਦਿੱਲੀ ਸਾਰੀ ਰੰਗ ਦਿੱਤੀ ਸ਼ਹੀਦਾਂ ਦੇ, ਸਿੱਖ ਸ਼ਹੀਦਾਂ ਦੇ ਪਵਿੱਤਰ ਖੂਨ ਨੇ ਦਿੱਲੀ ਸਾਰੀ ਰੰਗ ਦਿੱਤੀ। ਪੰਜਾਬ ਦੇ ਨਾਲ ਸਾਡਾ ਵਿਸ਼ੇਸ਼ ਨਿਹ ਹੈ, ਵਿਸ਼ੇਸ਼ ਹਿੱਤ ਹੈ। ਅਸੀਂ ਕਹਿੰਦੇ ਹਾਂ ਪੰਜਾਬ ਸਾਡਾ ਨਾ ਸਿੱਖੀ ਦਾ ਭੰਗੂੜਾ ਹੈ, ਔਰ ਇਸ ਭੰਗੂੜੇ ਨੂੰ ਭੰਨਣ ਦੇ ਵਿੱਚ, ਇਸ ਭੰਗੂੜੇ ਨੂੰ ਖਤਮ ਕਰਨ ਦੇ ਵਿੱਚ ਵਿਰੋਧੀਆਂ ਨੇ ਕੋਈ ਕਸਰ ਤਾਂ ਨਹੀਂ ਨਾ ਛੱਡੀ। ਕੋਈ ਕਸਰ ਛੱਡੀ? ਗੱਲ ਜੋ ਸ਼ੁਰੂ ਹੋਈ ਹੈ, ਪੰਜਵੇਂ ਪਾਤਸ਼ਾਹ ਮਹਾਰਾਜ ਤੋਂ ਸ਼ਹਾਦਤਾਂ ਦਾ ਦੌਰ ਸ਼ੁਰੂ ਹੋਇਆ ਹੈ। ਧਿਆਨ ਰੱਖਿਓ ਜੇ, ਅਸੀਂ ਜਦੋਂ ਆਖਦੇ ਹਾਂ ਨਾ ਕਿ ਪਹਿਲਾ ਘੱਲੂਘਾਰਾ 1746 ਵਿੱਚ ਹੋਇਆ, ਫਿਰ ਵੱਡਾ ਘੱਲੂਘਾਰਾ 1762 ਵਿੱਚ ਹੋਇਆ, ਹੁਣ ਤੀਜਾ ਵੱਡਾ ਘੱਲੂਘਾਰਾ 1984 ਵਿੱਚ ਹੋਇਆ। ਮੇਰੀ ਦ੍ਰਿਸ਼ਟੀ ਨਾਲ ਵੇਖੋ ਤੇ ਮੈਨੂੰ ਤਾਂ ਅੰਤ ਹੀ ਨਹੀਂ ਆਉਂਦਾ ਪਿਆ ਵੀ ਕਿੰਨੇ ਘੱਲੂਘਾਰੇ ਹੋਏ, ਕੌਮ ਕਿੰਨੇ ਘੱਲੂਘਾਰਿਆਂ ਵਿੱਚੋਂ ਲੰਘੀ। ਔਰ ਘੱਲੂਘਾਰੇ ਵਰਤਾਉਣ ਵਾਲੇ ਇਹ ਦਾਅਵਾ ਕਰਦੇ ਰਹੇ ਕਿ ਅਸੀਂ ਪੰਜਾਬ ਦੇ ਵਿੱਚ ਇੱਕ ਵੀ ਸਿੱਖ ਨਹੀਂ ਛੱਡਿਆ, ਇੱਕ ਵੀ ਕੇਸਾਂ ਵਾਲਾ ਨਹੀਂ ਛੱਡਿਆ। ਦਾਅਵੇ ਕਰਦੇ ਰਹੇ ਨੇ। ਔਰ ਕੇਸਾਂ ਵਾਲੇ ਭਾਵੇਂ ਭਾਈ ਸਨ ਤੇ ਭਾਵੇਂ ਮਾਈਆਂ ਸਨ। ਵਾਹਿਗੁਰੂ, ਕੇਸ ਕਤਲ ਕਰਨ ਵਾਲਿਆਂ ਨੂੰ ਵੀ ਇਨਾਮ ਮਿਲਦੇ ਸਨ, ਕੇਸਾਂ ਵਾਲਾ ਸਿਰ ਕਤਲ ਕਰਨ ਵਾਲਿਆਂ ਨੂੰ ਵੀ ਇਨਾਮ ਮਿਲਦੇ ਸਨ। ਗੱਡਿਆਂ ਦੇ ਗੱਡੇ ਭਰੇ ਹੋਏ। ਵਾਹਿਗੁਰੂ, ਅੰਤ ਨਹੀਂ ਪਾਇਆ ਜਾ ਸਕਦਾ। ਤੇ ਮੈਂ ਕੀ ਕਹਿਣ ਜਾ ਰਿਹਾ ਸਾਂ, ਪੰਜਾਬ ਦੀ ਧਰਤੀ ਦਾ ਇੱਕ ਇੱਕ ਜ਼ਰਾ ਜਿਹੜਾ ਹੈ ਨਾ, ਇੱਕ ਇੱਕ ਜ਼ਰਾ ਇਹ ਸਿੱਖਾਂ ਦੇ ਖੂਨ ਨਾਲ ਰੰਗਿਆ ਹੋਇਆ ਹੈ। ਇਸ ਲਈ ਪੰਜਾਬ ਤੇ ਸਾਡਾ ਵਿਸ਼ੇਸ਼ ਦਾਅਵਾ ਹੈ। ਪੰਜਾਬ ਦੇ ਬਾਬਤ ਅਸੀਂ ਵਿਸ਼ੇਸ਼ ਤੌਰ ਤੇ ਫਿਕਰ ਰੱਖਦੇ ਹਾਂ, ਚਿੰਤਾ ਰੱਖਦੇ ਹਾਂ, ਕਿਉਂਕਿ ਸਾਡਾ ਸਿੱਖੀ ਦਾ ਭੰਗੂੜਾ ਹੈ। ਜਿੱਥੇ ਅਸੀਂ ਪੱਲਰਦੇ ਹਾਂ, ਜਿੱਥੇ ਅਸੀਂ ਵੱਧਦੇ ਫੁੱਲਦੇ ਹਾਂ। ਇਹ ਰੰਗ ਕਿਹਨੇ ਚਾੜਿਆ ਭਲਾ? ਹਾਂਜੀ, ਇਹ ਰੰਗ ਚਾੜਿਆ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ। ਫਿਰ ਕਹਿੰਦੇ ਨੇ ਇਹ ਕਿਹਨਾਂ ਨੂੰ ਚਾੜਿਆ? ਉਹਨਾਂ ਲੋਕਾਂ ਨੂੰ ਚਾੜਿਆ ਜਿਹੜੇ ਕਦੀ ਨਾ ਰੁੱਖਾਂ ਦੀ ਪੂਜਾ ਕਰਨ ਵਾਲੇ ਸਨ, ਕਦੀ ਪਸ਼ੂਆਂ ਦੀ ਪੂਜਾ ਕਰਨ ਵਾਲੇ ਸਨ, ਕਦੀ ਕਿਸੇ ਹੋਰ ਦੀ ਪੂਜਾ ਕਰਨ ਵਾਲੇ ਸਨ। ਇਹਨਾਂ ਨੂੰ ਬਾਹੋਂ ਪਕੜ ਕੇ ਨਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗਿਆਨ ਦਿੱਤਾ, ਤੇ ਗਿਆਨ ਦਿੰਦਿਆਂ ਹੋਇਆਂ ਆਖਿਆ ਰੁੱਖਾਂ ਨੂੰ ਪੈਦਾ ਕਰਨ ਵਾਲੇ ਦੀ ਪੂਜਾ ਕਰੋ, ਉਹਦਾ ਧਿਆਨ ਧਰੋ। ਇਹ ਪਸ਼ੂ ਪੰਛੀ ਮਨੁੱਖ ਪਹਾੜ ਸਮੁੰਦਰ ਇਤਿਆਦਿ ਸਭ ਕੁਝ ਪੈਦਾ ਕਰਨ ਵਾਲੇ ਕਰਤਾਰ ਦੀ ਪੂਜਾ ਕਰੋ, ਉਹਦੇ ਨਾਲ ਜੁੜੋ। ਤੁਸੀਂ ਇੱਕ ਗੱਲ ਹੋਰ ਧਿਆਨ ਰੱਖਣੀ, ਬਾਕੀ ਕਿਸੇ ਹੋਰ ਦੀ ਪੂਜਾ ਕਰਨੀ ਹੋਵੇ ਨਾ ਤੇ ਤੁਹਾਨੂੰ ਵਿਸ਼ੇਸ਼ ਤੌਰ ਤੇ ਇੱਕ ਥਾਂ ਤੋਂ ਦੂਜੀ ਥਾਂ ਤੇ ਚੱਲ ਕੇ ਜਾਣਾ ਪਵੇਗਾ। ਤੁਹਾਨੂੰ ਵਿਸ਼ੇਸ਼ ਤੌਰ ਤੇ ਨਾ ਧਨ ਖਰਚਣ ਦੀ ਲੋੜ ਪਵੇਗੀ। ਤੁਹਾਡਾ ਸਰੀਰ ਦਾ ਸੁਡੌਲ ਹੋਣਾ ਜ਼ਰੂਰੀ ਹੋਵੇਗਾ। ਔਰ ਇਹ ਵੀ ਗੱਲ ਹੈ ਜਿਵੇਂ ਕਿ ਸੀ ਸਨਾਤਨੀ ਕਿ ਵਿੱਚ ਵਿਚੋਲੇ ਦੀ ਲੋੜ ਵੀ ਪੈਂਦੀ ਸੀ, ਲੇਕਿਨ ਸਿੱਖ ਪ੍ਰਭਾਤੇ ਜਾਗੇ। ਹਾਂਜੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਚਨ ਦੀ ਵਿਆਖਿਆ ਕੀਤੀ ਚੌਥੇ ਪਾਤਸ਼ਾਹ ਨੇ, ਜਿਨ੍ਹਾਂ ਦਾ ਅਸੀਂ ਕੱਲ੍ਹ ਜ਼ਿਕਰ ਕੀਤਾ। ਜਦੋਂ ਉਹਨਾਂ ਨੇ ਆਖਿਆ ਗੁਰੂ ਸਤਿਗੁਰ ਕਾ ਜੋ ਸਿੱਖ ਅਖਾਏ, ਹਾਂਜੀ ਸ਼ਬਦ ਯਾਦ ਹੋਏਗਾ ਨਾ, ਬੋਲੋ ਸਾਰੇ, ਕਰੋ ਕਿਰਪਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰਿ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ ਇਸਨਾਨ ਕਰੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵੇਖ ਪਾਪ ਦੋਖ ਲਹੇ,
ਜਾਵੈ। ਫਿਰ ਚੜੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰੀ ਨਾਮ ਧਿਆਵੈ। ਮੈਂ ਤੁਹਾਡਾ ਧਿਆਨ ਦਿਵਾਉਂਦਾ ਇਸ ਨੁਕਤੇ ਤੇ। ਪ੍ਰਭਾਤੇ ਜਾਗਣਾ, ਚੌਂਕੜਾ ਮਾਰ ਕੇ, ਇਸ਼ਨਾਨ ਕਰਨ ਉਪਰੰਤ ਚੌਂਕੜਾ ਮਾਰ ਕੇ ਇੱਕ ਕਰਤਾਰ ਨਾਲ ਜੁੜ ਜਾਣਾ। ਧਿਆਨ ਧਰ ਕੇ ਝੱਟ ਵਾਹਿਗੁਰੂ 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 ਸਿਮਰਨ ਕਰਨਾ। ਫਿਰ ਨਿਤਨੇਮ ਦੀਆਂ ਬਾਣੀਆਂ ਦਾ ਪਾਠ ਕਰਨਾ। ਕਿਸੇ ਵਿਚੋਲੇ ਦੀ ਕੋਈ ਲੋੜ ਹੈਗੀ ਹੈ? ਕੁਝ ਖਰਚ ਹੋਇਆ? ਕੁਝ ਖਰਚ ਨਹੀਂ ਹੋਇਆ। ਕਿਸੇ ਵਿਚੋਲੇ ਦੀ ਲੋੜ ਨਹੀਂ। ਕਿਤੇ ਚੱਲ ਕੇ ਜਾਣ ਦੀ ਲੋੜ ਹੈਗੀ ਹੈ? ਕਿਤੇ ਚੱਲ ਕੇ ਜਾਣ ਦੀ ਲੋੜ ਨਹੀਂ ਹੈ। ਹਾਂ, ਕਿੱਥੇ ਚੱਲ ਕੇ ਜਾਣਾ ਹੈ? ਸਿਰਫ ਫਿਰ ਚੜੇ ਦਿਵਸ ਗੁਰਬਾਣੀ ਗਾਵੈ। ਹੁਣ ਗੁਰਬਾਣੀ ਗਾਉਣੀ ਤੇ ਗੁਰਬਾਣੀ ਵਿਚਾਰਨੀ, ਇਹ ਦੋਵੇਂ ਕਰਮ ਜਿਹੜੇ ਨੇ ਨਾ, ਇਹ ਸੰਗਤ ਵਿੱਚ ਹੀ ਹੋ ਸਕਦੇ ਹੁੰਦੇ ਨੇ। ਸਿੱਖ ਨੂੰ ਆਖਿਆ ਕਿ ਤੂੰ 2 ਵੇਲੇ ਸੰਗਤ ਵਿੱਚ ਜਾਇਆ ਕਰ, ਪਰ ਅਸੀਂ ਜਿਹੜੇ ਗ੍ਰਸਤੀ ਹਾਂ, ਸਾਡੇ ਲਈ ਇੱਕ ਅਜੋਕੀਆਂ ਕਈ ਪ੍ਰੋਬਲਮਸ ਨੇ। ਮਤ ਸੋਚਣਾ ਕਿ ਅਜੋਕੀਆਂ ਪ੍ਰੋਬਲਮਸ ਨੇ। ਪ੍ਰੋਬਲਮਸ ਦੇ, ਮੁਸ਼ਕਲਾਂ ਦੇ ਰੂਪ ਬਦਲਦੇ ਨੇ, ਲੇਕਿਨ ਰੁਝੇਵੇਂ ਤਾਂ ਸਦਾ ਹੀ ਆਦਿ ਕਾਲ ਤੋਂ ਇਵੇਂ ਹੀ ਬਣੇ ਰਹੇ ਨਾ, ਅਕਸਰ ਬਣੇ ਰਹੇ। ਲੇਕਿਨ ਸਿੱਖ ਜਿਹੜੇ ਸਨ, ਸੰਗਤਾਂ ਜਿਹੜੀਆਂ ਸਨ, ਸਮੇਂ ਨਾਲ ਅੰਮ੍ਰਿਤ ਵੇਲੇ ਜਾਗ ਕੇ ਗੁਰਦੁਆਰਾ ਸਾਹਿਬ ਆਇਆ ਕਰਦੀਆਂ ਸਨ। ਮਾਣਯੋਗ ਜੀ ਨੇ ਧਿਆਨ ਦਿਵਾਇਆ, ਅੱਜ ਐਤਵਾਰ ਦਾ ਦਿਨ ਹੈ, ਇਸ ਵਾਸਤੇ ਸੰਗਤਾਂ ਬਹੁਤੀਆਂ ਆਉਂਦੀਆਂ ਨੇ। ਬਹੁਤੀਆਂ ਕਿਉਂ ਆਉਂਦੀਆਂ ਨੇ? ਵਾਹਿਗੁਰੂ, ਮੈਂ ਬਲਿਹਾਰ ਜਾਂਦਾ ਮੈਂ। ਜਦੋਂ ਮੈਂ ਇਸ ਕਾਰਨ ਦੀ ਵਿਚਾਰ ਕਰਦਾ ਹਾਂ, ਬਹੁਤੀਆਂ ਕਿਉਂ ਆਉਂਦੀਆਂ ਨੇ? ਸਾਰਾ ਹਫ਼ਤਾ ਸਮਾਂ ਨਹੀਂ ਨਿਕਲ ਸਕਿਆ ਉਹਨਾਂ ਪਾਸੋਂ। ਬੱਚਿਆਂ ਦੀ ਸੰਭਾਲ ਤੋਂ ਵੇਲ ਨਹੀਂ ਨਿਕਲ ਸਕਿਆ। ਘਰ ਵਾਲਿਆਂ ਨੂੰ ਤਿਆਰ ਕਰਕੇ, ਆਪਣੇ ਭਰਾਵਾਂ ਨੂੰ, ਆਪਣੇ ਪੁੱਤਰਾਂ ਨੂੰ ਤਿਆਰ ਕਰਕੇ ਕੰਮਾਂ ਕਾਰਾਂ 'ਤੇ ਭੇਜਣਾ ਹੋਇਆ, ਵੇਲ ਨਹੀਂ ਨਿਕਲ ਸਕਿਆ। ਔਰ ਕੰਮਾਂ ਕਾਰਾਂ ਵਾਲਿਆਂ ਦਾ ਵੀ ਵੇਲ ਨਹੀਂ ਨਿਕਲ ਸਕਿਆ। ਪਰ ਮੈਂ ਬਲਿਹਾਰ ਨਾ ਜਾਵਾਂ? ਅੰਦਰ ਚੇਤਨਾ ਹੈਗੀ ਹੈ ਪੂਰੀ, ਸਾਵਧਾਨਤਾ ਹੈ। ਮਹਾਰਾਜ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਨੂੰ ਬਖਸ਼ ਲੈਣ, ਜੇ ਮੈਂ 6 ਦਿਨ ਗੁਰਦੁਆਰਾ ਸਾਹਿਬ ਨਹੀਂ ਜਾ ਸਕਿਆ, ਜਾਂ ਵਿੱਚੋਂ ਮੈਂ ਨਹੀਂ ਜਾ ਸਕਿਆ, ਅੱਜ ਐਤਵਾਰ ਦਾ ਦਿਨ ਹੈ, ਮੈਂ ਆਪ ਵੀ ਜਾਵਾਂਗਾ ਤੇ ਨਾਲ ਬੱਚਿਆਂ ਪਰਿਵਾਰ ਨੂੰ ਵੀ ਲੈ ਕੇ ਜਾਵਾਂਗਾ ਮੈਂ। ਇਸ ਕਰਕੇ ਰੌਣਕਾਂ ਅੱਜ ਜ਼ਿਆਦਾ ਨੇ। ਪਰ ਗੱਲ ਸੌਖੀ ਕੀਤੀ ਨਾ ਸਾਰੀ ਗੁਰੂ ਪਾਤਸ਼ਾਹ ਨੇ। ਕੋਈ ਵਿੱਚ ਵਿਚੋਲਾ ਨਹੀਂ ਪਾਇਆ, ਕੁਛ ਨਹੀਂ ਕੀਤਾ। ਤੇ ਇੱਥੇ ਆ ਕੇ ਵੀ ਕਿਸ ਨੂੰ ਧਿਆਨ ਕਰਕੇ ਮੱਥਾ ਟੇਕਿਆ ਜਾਂਦਾ ਹੈ? ਇੱਕ ਹਰੀ ਨੂੰ, ਇੱਕ ਕਰਤਾਰ ਨੂੰ, ਇੱਕ ਵਾਹਿਗੁਰੂ ਨੂੰ ਧਿਆਨ ਰੱਖਦਿਆਂ ਹੋਇਆਂ। ਹਾਂਜੀ, ਹੋਰ ਨਹੀਂ ਕਿਸੇ ਦੀ ਬਾਤ। ਮੈਂ ਇੱਥੇ ਇੱਕ ਹੋਰ ਚੇਤਾ ਕਰਵਾਵਾਂ ਆਪ ਜੀ ਨੂੰ, ਜਿਸ ਵਿੱਚ ਸ਼ਲੋਕਾਂ ਵਿੱਚ ਵਿਆਖਿਆ ਕੀਤੀ ਵਿਸ਼ੇਸ਼ ਤੌਰ 'ਤੇ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੇ। ਉਸੇ ਵਿਆਖਿਆ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਮੈਂ ਤੁਹਾਡੇ ਨਾਲ ਇੱਕ ਇਤਿਹਾਸਕ ਹਵਾਲਾ ਸ਼ੇਅਰ ਕਰਦਾ। ਇਤਿਹਾਸਕ ਹਵਾਲਾ ਕੀ ਹੈ? ਸਤਿਗੁਰੂ ਗੁਰੂ ਨਾਨਕ ਸਾਹਿਬ ਨਾਲ ਸੱਚੇ ਪਾਤਸ਼ਾਹ ਪਹਿਲੀ ਪ੍ਰਚਾਰ ਯਾਤਰਾ ਲਈ ਜਿਸ ਵੇਲੇ ਤੁਰੇ, ਤੇ ਚਲਦਿਆਂ ਮਹਾਰਾਜ ਬਨਾਰਸ ਪਹੁੰਚੇ, ਜਿਹਨੂੰ ਅੱਜ ਕੱਲ੍ਹ ਵਾਰਾਣਸੀ ਵੀ ਆਖਿਆ ਜਾਂਦਾ ਹੈ। ਬਨਾਰਸ ਉੱਥੇ ਪਹੁੰਚ ਕੇ ਉਪਦੇਸ਼ ਕਰਨ ਤੇ ਕੁਝ ਦਿਨ ਠਹਿਰ ਕੇ ਬਾਬਾ ਕਬੀਰ ਜੀ ਹੋਰਾਂ ਨੂੰ ਮਿਲ ਕੇ, ਬਾਬਾ ਰਵਿਦਾਸ ਹੋਰਾਂ ਨੂੰ ਮਿਲ ਕੇ, ਹੋਰ ਗੁਰਮੁਖ ਸੱਜਣਾਂ ਨੂੰ ਮਿਲ ਕੇ, ਉਹਨਾਂ ਦੀ ਬਾਣੀ ਨੋਟ ਕਰਕੇ ਫਿਰ ਸਤਿਗੁਰੂ ਅੱਗੇ ਤੁਰੇ। ਹੁਣ ਰੁਖ ਕੀਤਾ ਮਹਾਰਾਜ ਨੇ ਗਿਆ ਜਾਣ ਦਾ। ਗਿਆ, ਲੇਕਿਨ ਨਾ ਬਨਾਰਸ ਤੋਂ 150 ਮੀਲ ਦੀ ਦੂਰੀ ਤੇ ਇੱਕ ਨਗਰ ਆਇਆ ਚੰਦੌਲੀ, ਅੱਜ ਵੀ ਹੈਗਾ, ਜਿਹਨੂੰ ਚੰਦਰੌਲੀ ਵੀ ਕਿਹਾ ਜਾਂਦਾ ਹੈ। ਉੱਥੇ ਨਾ ਸਤਿਗੁਰੂ ਮਹਾਰਾਜ ਪਹੁੰਚੇ। ਚੰਦਰੌਲੀ ਨਗਰ ਦੇ ਬਾਹਰ ਇੱਕ ਸਥਾਨ 'ਤੇ ਹਜ਼ੂਰ ਪਹੁੰਚੇ। ਜਿਸ ਵੇਲੇ ਪਹੁੰਚੇ ਨਾ, ਉਹਨਾਂ ਦਾ ਇੱਕ ਇਹ ਨੇਮ ਹੋਇਆ ਕਰਦਾ ਸੀ ਕਿ ਅੰਮ੍ਰਿਤ ਵੇਲੇ ਪ੍ਰਭਾਤੇ ਜਾਗਣਾ ਤੇ ਵਹਿੰਦੇ ਜਲ ਦੇ ਵਿੱਚੋਂ ਇਸ਼ਨਾਨ ਕਰ ਲੈਣਾ,
ਇਸ਼ਨਾਨ ਕਰਕੇ ਨਾ ਫਿਰ ਕੁਝ ਸਮਾਂ ਆਪ ਸੁਰਤੀ ਜੋੜ ਕੇ ਇਕਾਗਰਤਾ ਨਾਲ ਟਿਕੇ ਰਹਿਣਾ, ਕਰਤਾਰ ਦਾ ਚਿੰਤਨ ਕਰਨਾ। ਫਿਰ ਭਾਈ ਜੀ ਨੂੰ ਆਖਣਾ, ਮਰਦਾਨਾ ਜੀ ਰਬਾਬ ਛੇੜੋ, ਹੁਣ ਆਸਾ ਗਾਈਏ। ਆਸਾ ਗਾਇਆ ਜਾਣਾ। ਇਉਂ ਚੱਲਦਾ ਰਿਹਾ। ਇੱਕ ਦਿਨ ਬੀਤ ਗਿਆ, ਜ਼ਿਕਰ ਹੋ ਗਿਆ। ਲੋਕਾਂ ਨੇ ਜਾ ਕੇ ਨਾ ਨਗਰ ਦੇ ਰਾਜੇ ਨੂੰ, ਜਿਸ ਦਾ ਨਾਮ ਸੀ ਹਰੀਨਾਥ, ਰਾਜਾ ਹਰੀਨਾਥ ਨੂੰ ਦੱਸਿਆ ਕਿ ਇੱਥੇ ਨਾ ਥਾਂ 'ਤੇ ਬੈਠੇ ਹੋਏ ਨੇ ਦੋ ਪਿਆਰੇ ਸਾਧੂ ਬੈਠੇ ਨੇ, ਮਹਾਤਮਾ ਲੋਕ ਬੈਠੇ ਨੇ, ਜਿਨ੍ਹਾਂ ਦੇ ਨਾ ਚਿਹਰਿਆਂ 'ਤੇ ਐਸਾ ਨੂਰ ਹੈ, ਬਿਲਕੁਲ ਕੁਝ ਵੱਖਰੇ ਹੀ ਲੱਗਦੇ ਨੇ। ਰਾਜਨ, ਐਸੇ ਸਾਧੂਆਂ ਦੀ ਸੇਵਾ ਕਰਨੀ ਚਾਹੀਦੀ ਹੈ। ਹਰੀਨਾਥ ਆਇਆ ਚੱਲ ਕੇ। ਜਿਸ ਵੇਲੇ ਚੱਲ ਕੇ ਆਇਆ ਨਾ, ਸ਼ਾਮ ਦਾ ਟਾਈਮ ਸੀ ਉਸ ਵੇਲੇ, ਤੇ ਜਦੋਂ ਸ਼ਾਮ ਦੇ ਸਮੇਂ ਨਾ ਸਤਿਗੁਰੂ ਮਹਾਰਾਜ ਕੀਰਤਨ ਕਰ ਰਹੇ ਸਨ, ਰਾਗ ਧਨਾਸਰੀ। ਹਰੀਨਾਥ ਜਿਸ ਵੇਲੇ ਆਇਆ ਤੇ ਦੇਖਿਆ ਮਹਾਰਾਜ ਬਹੁਤ ਸੁੰਦਰ ਸੁਰੀਲੀ ਆਵਾਜ਼, ਪਵਿੱਤਰ ਰਸਨਾ ਦੇ ਨਾਲ ਪਵਿੱਤਰ ਵਚਨ ਸਰਵਣ ਕਰਵਾ ਰਹੇ ਨੇ। ਪਹਿਲਾਂ ਖੜੋਤਾ, ਫਿਰ ਮੱਥਾ ਟੇਕ ਕੇ ਬੈਠ ਗਿਆ। ਤੇ ਹਜ਼ੂਰ ਨੇ ਜਿਹੜਾ ਸ਼ਬਦ ਗਾਇਨ ਕੀਤਾ ਨਾ, ਸਾਡੇ ਸਾਖੀਕਾਰ ਦੱਸਦੇ ਪਏ ਨੇ, ਹਜ਼ੂਰ ਨੇ ਉਸ ਵੇਲੇ ਸ਼ਬਦ ਉਹ ਉਚਾਰਨ ਕੀਤਾ ਜਿਹੜਾ ਕਦੀ ਦੀਪਾਲਪੁਰ ਵੀ ਉਚਾਰਨ ਕੀਤਾ ਸੀ। ਧਨਾਸਰੀ ਮਹਲਾ ਪਹਿਲਾ, ਜੀਓ ਤਪਤ ਹੈ ਬਾਰੋ ਬਾਰ, ਹਾਂਜੀ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਰ ਲਾਏ। ਫਿਰ ਕਹਿੰਦੇ ਨੇ, ਬਹੁਤਾ ਬੋਲਣ ਚਖਣ ਹੋਏ, ਵਿਣ ਬੋਲੇ ਜਾਣੈ ਸਭ ਸੋਏ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜੇਵਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਵਾਜੈ ਪਵਨ ਆਖੈ ਸਭ ਜਾਏ। ਜੇਤਾ ਮੋਹ ਪ੍ਰੀਤ ਸੁਆਦ, ਸਭਾ ਕਾਲਖ ਦਾਗਾ ਦਾਗ, ਟੁੱਟਾ ਹੋਇਆ ਬੰਦਾ ਦਾਗ ਦੋਸ਼ ਮੂੰਹ ਚੱਲਿਆ ਲਾਏ, ਦਰਗਾਹ ਬੈਸਣ ਨਾਹੀ ਜਾਏ। ਵਾਹਿਗੁਰੂ। ਸਤਿਗੁਰੂ ਨਾ ਜਿਸ ਵੇਲੇ ਸ਼ਬਦ ਗਾਉਂਦੇ ਸਨ ਨਾ, ਮੈਂ ਤਾਂ ਹੈਰਾਨ ਹਾਂ। ਕਿੰਨਾ ਪਿਆਰਾ ਢੰਗ ਸੀ ਹਜ਼ੂਰ ਦਾ, ਸੱਚੇ ਪਾਤਸ਼ਾਹ ਦਾ, ਮਹਾਰਾਜ ਦਾ। ਸ਼ਬਦ ਗਾਇਨ ਕਰਨਾ, ਇੱਕ ਰੂਪ ਇੱਕ ਰੰਗ ਹੋ ਕੇ, ਨੇਤਰ ਮੁੰਦੇ ਹੋਏ ਹੋਣੇ, ਉਵੇਂ ਮਾਣਯੋਗ ਭਾਈ ਸਾਹਿਬ ਭਾਈ ਮਰਦਾਨਾ ਜੀ ਹੋਰੀ ਐਵੇਂ ਜੁੜੇ ਬੈਠੇ ਹੁੰਦੇ ਸਨ। ਬੜੇ ਠਹਿਰਾਅ ਦੇ ਨਾਲ ਹਜ਼ੂਰ ਨੇ ਸ਼ਬਦ ਪੜ੍ਹਿਆ। ਜਦੋਂ ਨੇਤਰ ਖੋਲ੍ਹੇ ਨਾ, ਤੇ ਹਰੀਨਾਥ ਨੇ ਐਂ ਹੱਥ ਫੈਲਾ ਕੇ ਨਾ ਆਖਿਆ, ਬਾਬਾ ਜੀ ਜੋ ਕੁਝ ਤੁਸਾਂ ਨੇ ਆਖਿਆ ਹੈ ਨਾ, ਜਿਵੇਂ ਮੈਨੂੰ ਸਮਝ ਆਇਆ ਹੈ, ਜਿਵੇਂ ਮੈਂ ਸਮਝ ਸਕਿਆ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬਿਲ ਲਾਏ। ਰੱਬੀ ਯਾਦ ਜਦੋਂ ਭੁੱਲ ਜਾਂਦੀ ਹੈ ਨਾ, ਬੰਦੇ ਦਾ ਹਾਲ ਕੋੜੀਆਂ ਵਰਗਾ ਹੋ ਜਾਂਦਾ ਹੈ ਨਾ। ਸਤਿਗੁਰੂ ਮੁਸਕਰਾਏ, ਕਹਿਣ ਲੱਗੇ, ਫਿਰ ਤੁਸੀਂ ਆਖਿਆ ਜੇਤਾ ਮੋਹ ਪ੍ਰੀਤ ਸੁਆਦ, ਸਭਾ ਕਾਲਖ ਦਾਗਾ ਦਾਗ। ਮੋਹ ਦੀ, ਪ੍ਰੀਤ ਦੀ, ਜਗਤ ਦੇ ਸੁਆਦਾਂ ਦੀ ਕਾਲਖ ਦੇ ਨਾਲ ਸਾਡਾ ਚਿਹਰਾ ਦਾਗਾ ਦਾਗ ਹੋ ਜਾਂਦਾ ਹੈ। ਔਰ ਦਾਗ ਦੋਸ਼ ਮੂੰਹ ਚੱਲਿਆ ਲਾਏ, ਦਰਗਾਹ ਬੈਸਣ ਨਾਹੀ ਜਾਏ। ਕਹਿੰਦੇ ਮਹਾਰਾਜ ਦਾਗੀ ਹੋ ਕੇ ਮਰਨਾ ਹੈ ਨਾ, ਹਾਂਜੀ, ਮਨੁੱਖਾ ਜੀਵਨ ਗਿਆ ਕਿ ਕਿਸੇ ਤਰ੍ਹਾਂ ਸਾਰਥਕ ਵੀ ਹੋ ਸਕਦਾ ਹੈ। ਤੇ ਸਤਿਗੁਰਾਂ ਨੇ ਆਖਿਆ, ਕਹਿਣ ਲੱਗੇ, ਨਹੀਂ ਭਾਈ, ਜਿਸ ਕਰਤਾਰ ਨੇ ਸਾਰੇ ਜੀਵ ਪੈਦਾ ਕੀਤੇ ਨੇ ਨਾ, ਜਦੋਂ ਕਿਤੇ ਗੁਰੂ ਗਿਆਨ ਮਿਲ ਜਾਂਦਾ ਹੈ, ਸੋਝੀ ਆ ਜਾਂਦੀ ਹੈ, ਸ਼ਰਨ ਵਿੱਚ ਆ ਜਾਂਦਾ ਹੈ, ਤੇ ਕਰਤਾਰ ਜਿਹੜਾ ਨਾ, ਉਹਦਾ ਇੱਕ ਵਿਸ਼ੇਸ਼ ਗੁਣ ਹੈ, ਕਰਮ ਮਿਲੈ ਆਖਣ ਤੇਰਾ ਨਾਉ, ਜਿਤ ਲਗ ਤਰਣਾ ਹੋਰ ਨਹੀਂ ਥਾਉ, ਜੇ ਕੋ ਡੂਬੈ ਫਿਰ ਹੋਵੈ ਸਾਰ। ਵਾਹਿਗੁਰੂ। ਫਿਰ ਹੋਵੈ ਸਾਰ, ਸਾਰ ਮੈਂ ਨਾ ਸੰਭਾਲ।
ਜੇ ਕੋਈ ਡੁੱਬ ਵੀ ਰਿਹਾ ਹੋਵੇ ਨਾ ਤੇ ਕਰਤਾਰ ਵਾਹਿਗੁਰੂ ਆਪਣੇ ਬੱਚਿਆਂ ਨੂੰ, ਆਪਣੇ ਪੁੱਤਰਾਂ ਨੂੰ ਡੁੱਬਣ ਨਹੀਂ ਦਿੰਦਾ ਛੇਤੀ ਛੇਤੀ। ਜੇ ਬੱਚੇ ਸੁਚੇਤ ਹੋ ਜਾਣ ਥੋੜਾ ਜਿਹਾ ਵੀ ਤਾਂ ਹੱਥ ਫੜ ਕੇ ਫਿਰ ਕੱਢ ਲੈਂਦਾ ਹੈ। ਅਸੀਂ ਪੜ੍ਹਿਆ ਕਰਦੇ ਹਾਂ ਨਾ ਬਾਬਾ ਨਾਮਦੇਵ ਹੋਰਾਂ ਦਾ ਸ਼ਬਦ, ਮੋਕੋ ਤਾਰ ਲੈ ਰਾਮਾ ਤਾਰ ਲੈ, ਮੈਂ ਅਜਾਨ ਜਨ ਤਰਬੇ ਨਾ ਜਾਨੋ, ਬਾਪ ਬੀਠਲਾ ਬਾਹਾਂ ਦੇ, ਬਾਪ ਬੀਠਲਾ ਬਾਹਾਂ ਦੇ। ਹੱਥ ਵਧਾਓ ਮਹਾਰਾਜ, ਮੇਰੀ ਬਾਂਹ ਫੜ ਲਓ, ਕਿਰਪਾ ਕਰੋ। ਸਤਿਗੁਰੂ ਕਹਿੰਦੇ ਨੇ ਫਿਰ ਕੱਢ ਲੈਂਦਾ ਉਹ। ਹੁਣ ਅਗਲੀ ਗੱਲ ਹੋਰ ਧਿਆਨ ਕਰ ਲੈਣੀ। ਹਰੀਨਾਥ ਕਹਿਣ ਲੱਗਾ, ਬਾਬਾ ਜੀ ਪਹਿਲੀ ਬਾਤ ਤਾਂ ਇਹ ਹੈ ਵੀ ਮੈਨੂੰ ਆਪਣਾ ਸਿੱਖ ਬਣਾਓ, ਮੈਂ ਤੁਹਾਡਾ ਸਿੱਖ ਬਣਨਾ ਚਾਹੁੰਦਾ। ਤੇ ਦੂਜੀ ਗੱਲ ਇਹ ਹੈ ਕਿ ਮੈਨੂੰ ਆਗਿਆ ਬਖਸ਼ੋ, ਮੈਂ ਤੁਹਾਡੇ ਨਾਲ ਯਾਤਰਾ ਕਰਨੀ ਚਾਹੁੰਦਾ। ਜਿੱਥੇ ਜਿੱਥੇ ਤੁਸੀਂ ਜਾਓਗੇ ਨਾ ਉੱਥੇ ਉੱਥੇ ਮੈਂ ਜਾਵਾਂਗਾ। ਕੀ ਲੈਣਾ ਇਸ ਰਾਜ ਸਾਜ ਵਿੱਚੋਂ, ਕੀ ਲੈਣਾ ਇਹਨਾਂ ਸਵਾਦਾਂ ਵਿੱਚੋਂ, ਕੀ ਲੈਣਾ ਪ੍ਰੀਤ ਮੋਹ ਦੇ ਵਿੱਚੋਂ, ਜਦੋਂ ਸਭਾ ਕਾਲਖ ਦਾਗਾ ਦਾਗ, ਕੀ ਕਰਨਾ ਸਾਰਾ ਕੁਛ। ਇਹ ਗੱਲ ਸਾਡੇ ਸਾਰਿਆਂ ਦੇ ਨਾ ਅੱਜ ਸਮਝਣ ਵਾਲੀ ਹੈ, ਜਿਸ ਦੀ ਵਿਆਖਿਆ ਕੀਤੀ ਪੰਜਵੇਂ ਪਾਤਸ਼ਾਹ ਜੀ ਨੇ, ਮਹਾਰਾਜ ਨੇ। ਹਜ਼ੂਰ ਕਹਿਣ ਲੱਗੇ ਗੁਰੂ ਨਾਨਕ ਸਾਹਿਬ, ਹਰੀਨਾਥ ਤੁਸੀਂ ਰਾਜੇ ਹੋ ਨਾ? ਕਹਿੰਦਾ ਜੀ। ਹਜ਼ੂਰ ਕਹਿਣ ਲੱਗੇ ਫਿਰ ਆਪਣਾ ਰਾਜ ਧਰਮ ਨਿਭਾਓ। ਤੁਹਾਡਾ ਧਰਮ ਰਾਜ ਧਰਮ ਹੈ। ਆਪਣੇ ਰਈਅਤ ਨੂੰ ਛਾਇਆ ਦੇਣੀ, ਰਈਅਤ ਦੀ ਰੱਖਿਆ ਕਰਨੀ, ਰਈਅਤ ਦੀ ਪ੍ਰਤਪਾਲਾ ਕਰਨੀ, ਰਈਅਤ ਦੇ ਦੁੱਖ ਸੁੱਖ ਦਾ ਧਿਆਨ ਰੱਖਣਾ, ਭਾਵ ਰਈਅਤ ਦੀ ਸੇਵਾ ਕਰਨੀ। ਕਰਤਾਰ ਨੇ ਤੁਹਾਨੂੰ ਇਹ ਧਰਮ ਦਿੱਤਾ ਹੈ, ਜਿਹਨੂੰ ਅੰਗਰੇਜ਼ੀ ਵਿੱਚ ਨਾ ਡਿਊਟੀ ਕਹਿੰਦੇ ਨੇ। ਕਹਿੰਦੇ ਨੇ ਤੁਸੀਂ ਬਹੁਤ ਵਧੀਆ ਨਿਭਾ ਸਕੋਗੇ ਜੇ ਜਿਵੇਂ ਤੁਹਾਡਾ ਹੁਣ ਹਿਰਦਾ ਨਿਰਮਲ ਹੋਇਆ ਹੈ ਨਾ, ਤੇ ਤੁਸੀਂ ਸਮਝ ਗਏ ਹੋ ਕਿ ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ। ਹਾਂਜੀ, ਜਿਵੇਂ ਪੱਕਾ ਰੋਗੀ ਵਿਰਲਾਏ, ਜਾਗ ਆ ਗਈ ਨਾ, ਚੇਤਨ ਹੋ ਗਏ। ਬਾਣੀ ਤੋਂ ਭਾਵ ਹੈ ਵਾਹਿਗੁਰੂ ਪਰਮੇਸ਼ਰ ਦੀ ਹੋਂਦ। ਜਦੋਂ ਤੁਸੀਂ ਨਾ ਟਿਕ ਕੇ ਵਿਚਾਰ ਕਰੋਗੇ ਨਾ, ਫਿਰ ਤੁਸੀਂ ਇਸ ਨੁਕਤੇ ਤੇ ਆਓਗੇ, ਪਰਮੇਸ਼ਰ ਦੀ ਹੋਂਦ। ਹਰ ਵੇਲੇ ਪਰਮੇਸ਼ਰ ਦੀ ਹੋਂਦ ਦਾ ਅਹਿਸਾਸ ਤੁਹਾਡੇ ਅੰਦਰ ਬਣਿਆ ਰਵੇ। ਜਦੋਂ ਤੁਸੀਂ ਹੁਕਮ ਕਰੋਗੇ, ਜਦੋਂ ਤੁਸੀਂ ਟੈਕਸ ਲਵੋਗੇ, ਜਦੋਂ ਤੁਸੀਂ ਯਾਤਰਾ ਕਰੋਗੇ, ਜਦੋਂ ਤੁਸੀਂ ਸਜ਼ਾਵਾਂ ਦਿਓਗੇ, ਜਦੋਂ ਤੁਸੀਂ ਕੁਝ ਹੋਰ ਕਰੋਗੇ, ਰੱਬੀ ਭੈ ਵਿੱਚ ਰਹੋਗੇ। ਇਹੀ ਗੱਲ ਨਾ ਸਤਿਕਾਰਯੋਗ ਬਾਬਾ ਜੀ ਹੋਰਾਂ ਨੇ ਚੇਤਾ ਕਰਵਾਈ ਸੀ। ਨਾਮਾ ਮਾਇਆ ਮੋਹਿਆ ਕਹਿ ਤਿਲੋਚਨ ਮੀਤ, ਕਾਹੇ ਛਿਪੋ ਛਾਏ ਲੈ ਰਾਮ ਨਾ ਲਾਵੋ ਚੀਤ। ਤੇ ਅੱਗੋਂ ਕੀ ਕਹਿੰਦੇ ਨੇ, ਨਾਮਾ ਕਹੈ ਤਿਲੋਚਨਾ, ਕਰੋ ਰਸਨਾ ਪਵਿੱਤਰ, ਬੋਲੋ ਸਾਰੇ। ਨਾਮਾ ਕਹੈ ਤਿਲੋਚਨਾ, ਮੁਖ ਤੇ ਰਾਮ ਸਮਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ। ਹੁਣ ਅਸੀਂ ਧਿਆਨ ਰੱਖ ਸਕਦੇ ਹਾਂ ਨਾ, ਜਦੋਂ ਅਸੀਂ ਕੰਮ ਕਰਨੇ ਨੇ ਤੇ ਅਸੀਂ ਬਾਣੀ ਨਹੀਂ ਪੜ੍ਹ ਸਕਦੇ ਹੁੰਦੇ। ਕੀ ਕਰਾਂਗੇ ਅਸੀਂ? ਗਾਹਕਾਂ ਨਾਲ ਵੀ ਗੱਲ ਕਰਨੀ ਹੈ, ਆਪਣੇ ਐਂਪਲਾਇਰ ਨਾਲ ਵੀ ਗੱਲ ਕਰਨੀ ਹੈ, ਆਉਣਾ ਜਾਣਾ, ਹੋਰ ਕਿਸੇ ਨਾਲ ਵੀ ਗੱਲ ਕਰਨੀ ਹੈ। ਹੁਣ ਬਾਣੀ ਪੜ੍ਹ ਸਕਣੀ ਤਾਂ ਕਠਿਨ ਹੋ ਜਾਂਦੀ ਹੈ ਨਾ। ਕੋਈ ਹੋਇਆ ਜਿਹੜਾ ਟਰੱਕਾਂ 'ਤੇ ਚੜ੍ਹਿਆ ਫਿਰਦਾ, ਕਾਰਾਂ 'ਤੇ ਚੜ੍ਹਿਆ ਹੋਇਆ, ਉਹ ਬਾਣੀ ਪੜ੍ਹਦਾ ਜਾ ਸਕਦਾ ਹੈ। ਪਰ ਗੱਲ ਨਾ ਸਤਿਗੁਰੂ ਕੁਝ ਹੋਰ ਸਮਝਾ ਗਏ ਨੇ, ਬਿਲਕੁਲ ਉਹੀ ਜਿਹੜੀ ਬਾਬਾ ਨਾਮਦੇਵ ਹੋਰਾਂ ਨੇ ਆਖੀ ਹੈ, ਚੀਤ ਨਿਰੰਜਨ ਨਾਲ। ਚਿੱਤ ਵਿੱਚ ਨਿਰੰਜਨੀ ਹੋਂਦ ਬਣੀ ਰਵੇ, ਨਿਰੰਜਨੀ ਹੋਂਦ, ਕਰਤਾਰ ਦੀ ਹੋਂਦ। ਹੁਣ ਮਾਸਟਰ ਤਾਰਾ ਸਿੰਘ ਹੋਰਾਂ ਨੇ ਨਾ ਵਿਆਖਿਆ ਵੀ ਕੀਤੀ ਬੜੀ ਖੂਬਸੂਰਤ। ਕਹਿੰਦੇ ਨੇ ਕਰਤਾਰੀ ਹੋਂਦ ਐਵੇਂ ਤੁਰੇ ਫਿਰਦਿਆਂ ਨਹੀਂ ਬਣਦੀ ਹੁੰਦੀ, ਵੀ ਤੁਰੇ ਫਿਰਦਿਆਂ ਬਣ ਜਾਂਦੀ ਹੁੰਦੀ ਹੈ। ਸਤਿਗੁਰਾਂ ਨੇ ਜਿਹੜੀ ਗੱਲ ਸਾਨੂੰ ਸਮਝਾਈ ਨਾ, ਵੀ ਅੰਮ੍ਰਿਤ ਵੇਲੇ ਜਾਗ ਕੇ ਪਹਿਰ ਰਾਤ ਰਹਿੰਦੀ ਉੱਠ ਕੇ ਇਸ਼ਨਾਨ ਕਰਕੇ ਤੇ ਫਿਰ ਚੌਂਕੜਾ ਮਾਰ ਕੇ ਬੈਠ ਜਾਓ। ਮੈਂ ਸਭਨਾਂ ਨੂੰ ਬੇਨਤੀ ਕਰਾਂਗਾ,
ਆਪਣੀਆਂ ਧੀਆਂ ਨੂੰ, ਪੁੱਤਰਾਂ ਨੂੰ, ਮਾਤਾਵਾਂ ਨੂੰ, ਬਜ਼ੁਰਗਾਂ ਨੂੰ, ਸਭਨਾਂ ਨੂੰ ਮੈਂ ਹੱਥ ਜੋੜ ਕੇ ਆਖਾਂਗਾ, ਸਮਾਂ ਸੰਭਾਲ ਲਓ, ਸੰਭਾਲ ਲਓ ਸਮਾਂ। ਬਾਰ-ਬਾਰ ਨਹੀਂ ਸਮਾਂ ਆਉਂਦਾ। ਗੁਰੂ ਨਾਨਕ ਦੇ ਸਿੱਖ ਬਣੇ ਹੋਏ ਹਾਂ ਅਸੀਂ, ਗੁਰੂ ਨਾਨਕ ਦੀ ਸਿੱਖੀ ਸੰਭਾਲ ਲਈਏ, ਪ੍ਰਭਾਤੇ ਜਾਗੀਏ, ਇਸ਼ਨਾਨ ਪਾਨ ਕਰਕੇ ਸੁਰਤੀ ਜੋੜ ਕੇ ਕਰਤਾਰ ਨਾਲ ਜੁੜ ਜਾਈਏ। ਹੁਣ ਅਗਲੀ ਗੱਲ ਬਣੇਗੀ, ਜਦੋਂ ਅੰਮ੍ਰਿਤ ਵੇਲੇ ਸੁਰਤੀ ਜੁੜ ਗਈ ਨਾ, ਫਿਰ ਦਿਹਾੜੀ ਵੀ ਜੁੜੀ ਰਹਿ ਸਕਦੀ ਹੈ। ਕਿਸੇ ਨਾਲ ਬੋਲਣਾ ਹੈ ਤੇ ਕਿਵੇਂ ਬੋਲਣਾ ਹੈ, ਕਿਸੇ ਬਾਰੇ ਵਿਚਾਰਨਾ ਹੈ ਤੇ ਕਿਵੇਂ ਵਿਚਾਰਨਾ ਹੈ, ਕੋਈ ਕੁਛ ਕਰਨਾ ਹੈ ਤੇ ਕਿਵੇਂ ਕਰਨਾ ਹੈ। ਇਹ ਰੱਬੀ ਹੋਂਦ ਜਦੋਂ ਚੇਤੇ ਵਿੱਚ ਹੁੰਦੀ ਹੈ ਨਾ, ਫਿਰ ਅਨਰਥ ਨਹੀਂ ਹੋਣ ਦਿੰਦੀ, ਫਿਰ ਗੁਨਾਹ ਨਹੀਂ ਹੋਣ ਦਿੰਦੀ, ਫਿਰ ਭੁੱਲਾਂ ਨਹੀਂ ਹੋਣ ਦਿੰਦੀ, ਫਿਰ ਠੇਡੇ ਨਹੀਂ ਲੱਗਣ ਦਿੰਦੀ ਜੀਵਨ ਦੇ ਵਿੱਚ। ਹਾਂਜੀ, ਇਹ ਮਾਰਗ ਸਾਨੂੰ ਸਤਿਗੁਰਾਂ ਨੇ ਦੱਸਿਆ। ਮਹਾਰਾਜ ਨੇ ਆਖਿਆ, ਗੁਰੂ ਨਾਨਕ ਸਾਹਿਬ ਨੇ, ਹਰੀ ਨਾਥਾਂ ਰਾਜ ਵੀ ਕਰੋ, ਖਾਓ ਵੀ, ਪੀਓ ਵੀ, ਪਹਿਨੋ ਵੀ, ਸਭ ਕੁਝ ਕਰੋ ਤੁਸੀਂ, ਲੇਕਿਨ ਧਿਆਨ ਰੱਖਣਾ, ਖਾਣ ਤੋਂ ਪਹਿਲਾਂ ਦੂਜਿਆਂ ਦਾ ਧਿਆਨ ਰੱਖਣਾ। ਉਹਨਾਂ ਵੀ ਖਾਧਾ ਹੈ। ਹੱਸਣ ਤੋਂ ਪਹਿਲਾਂ ਦੂਜਿਆਂ ਨੂੰ ਵੀ ਹਸਾਉਣ ਦਾ ਧਿਆਨ ਕਰਨਾ, ਉਹ ਵੀ ਹੱਸ ਰਹੇ ਨੇ। ਪਹਿਨਣ ਤੋਂ ਪਹਿਲਾਂ ਦੂਜਿਆਂ ਦਾ ਵੀ ਧਿਆਨ ਰੱਖਣਾ। ਤੁਹਾਡੀ ਪਰਜਾ ਦੇ ਵਿੱਚ ਕੋਈ ਨੰਗਾ ਤਾਂ ਨਹੀਂ ਤੁਰਿਆ ਫਿਰਦਾ, ਤੁਹਾਡੇ ਆਲੇ ਦੁਆਲੇ ਕੋਈ ਨੰਗਾ ਤਾਂ ਨਹੀਂ ਤੁਰਿਆ ਫਿਰਦਾ। ਇਹ ਧਿਆਨ ਰੱਖਣਾ ਔਰ ਦੇਖਣਾ। ਸਤਿਗੁਰੂ ਮਹਾਰਾਜ ਨੇ ਅੱਜ ਪਾਵਨ ਵਚਨ ਕੀਤਾ, ਹਰੀ ਨਾਥ ਵਰਗਿਆਂ ਨੇ ਤੇ ਸਾਰਿਆਂ ਨੇ ਪੱਲੇ ਬੱਧਾ, ਸਿੱਖ ਸਾਰੇ ਹੀ ਐਵੇਂ ਚੱਲਦੇ ਨੇ ਤੇ ਚੱਲਣਾ ਚਾਹੀਦਾ ਹੈ। ਪਹਿਲਾਂ ਵਚਨ ਕੀਤੋ ਨੇ, ਕਿਲ ਵਿਖ ਸਭੇ ਉਤਰਨ, ਨੀਤ ਨੀਤ ਗੁਣ ਗਾਓ। ਵਾਹ, ਕਿਲ ਵਿਖ ਕਹਿੰਦੇ ਨੇ ਪਾਪ ਨੂੰ, ਪਾਪ ਕਹਿੰਦੇ ਨੇ ਮੰਦੇ ਫੁਰਨੇ। ਜਿਸ ਵੇਲੇ ਕਰਤਾਰ ਨਾਲ ਜੁੜ ਜਾਓਗੇ ਤੇ ਮੰਦੇ ਫੁਰਨਿਆਂ ਤੋਂ ਬਚ ਜਾਓਗੇ, ਜਿਹੜੇ ਸਾਨੂੰ ਨਾ ਦੁੱਖ ਦਾ ਕਾਰਨ ਬਣਦੇ ਨੇ। ਨੀਤ ਨੀਤ ਗੁਣ ਗਾਓ, ਕੋਟ ਕਲੇਸਾ ਉਪਜਹਿ, ਨਾਨਕ ਬਿਸਰੈ ਨਾਉ। ਚੇਤਾ ਰੱਖਿਓ ਜੇ, ਸਿਰਫ ਇੱਕ ਕਰਤਾਰ ਨੂੰ ਭੁੱਲ ਜਾਣ ਦੇ ਨਾਲ ਸਾਡੇ ਅੰਦਰ ਕਰੋੜਾਂ ਕਲੇਸ਼ ਪੈਦਾ ਹੁੰਦੇ ਨੇ, ਕਰੋੜਾਂ ਕਲੇਸ਼। ਵਾਹਿਗੁਰੂ, ਕਰੋੜਾਂ ਕਲੇਸ਼। ਅਸੀਂ ਗ੍ਰਸਤੀ ਆ ਨਾ, ਅਸੀਂ ਲਫ਼ਜ਼ ਅੱਜ ਕੱਲ੍ਹ ਨਾ ਬੜਾ ਆਖਿਆ ਹੋਇਆ ਲੈ ਕੇ ਚੱਲਦੇ ਪਏ ਹਾਂ, ਟੈਨਸ਼ਨ ਬੜੀ ਹੈ, ਟੈਨਸ਼ਨ ਬੜੀ ਹੈ, ਦਿੱਕਤ ਬੜੀ ਹੈ। ਸੋ ਤਾਂ ਹੈ ਉਹ, ਲੇਕਿਨ ਜ਼ਿੰਦਗੀ ਦਾ ਕਿਹੜਾ ਪਲ ਹੈ ਜਿਸ ਪਲ ਦੇ ਵਿੱਚ ਨਾ ਜ਼ਿੰਦਗੀ ਵਿੱਚ ਖਿਚਾਅ ਦਾ ਸਾਹਮਣਾ ਨਹੀਂ ਕਰਨਾ ਪੈਂਦਾ, ਟੈਨਸ਼ਨ ਦਾ ਸਾਹਮਣਾ ਨਹੀਂ ਕਰਨਾ ਪੈਂਦਾ, ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਔਰ ਉਸ ਵੇਲੇ ਦਿੱਕਤਾਂ ਤੇ ਟੈਨਸ਼ਨਸ ਸਾਡੀਆਂ ਜਾਨਲੇਵਾ ਬਣ ਜਾਂਦੀਆਂ ਨੇ ਜਦੋਂ ਅਸੀਂ ਕਰਤਾਰ ਨੂੰ ਭੁੱਲ ਜਾਂਦੇ ਹਾਂ। ਕਿੰਨੀ ਵਾਰੀ ਪੜ੍ਹਿਆ ਤੇ ਕਿੰਨੀ ਵਾਰੀ ਸੁਣਿਆ, ਮੇਰੇ ਧਿਆਨ ਵਿੱਚ ਆਇਆ, ਮੈਂ ਤੁਹਾਡੇ ਨਾਲ ਫਿਰ ਸ਼ੇਅਰ ਕਰਦਾ। ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ। ਆਖੋ ਸਾਰੇ, ਕਿਲ ਵਿਖ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ। ਉਹ ਨਾ ਹੋਵੇ ਬਸ, ਫਿਰ ਸਾਰਾ ਕੁਝ ਠੀਕ ਹੋਵੇਗਾ। ਹੁਣ ਮਨਾ ਨਹੀਂ ਕੀਤਾ ਖਾਣ ਪੀਣ ਪਹਿਨਣ ਤੋਂ, ਇਹੀ ਤਾਂ ਭੇਦ ਖੋਲ੍ਹਿਆ ਸਤਿਗੁਰੂ ਮਹਾਰਾਜ ਗੁਰੂ ਅਰਜਨ ਸਾਹਿਬ ਨੇ ਅੱਜ। ਨਾਨਕ ਸਤਿਗੁਰ ਭੇਟਿਆ। ਜਦੋਂ ਨਾ ਸੱਚਮੁੱਚ ਅਸੀਂ ਗੁਰੂ ਨੂੰ ਮਿਲਦੇ ਹਾਂ, ਸੱਚਮੁੱਚ ਇਹ ਮਾਇਆ ਰੱਖਣ ਦਾ, ਮੱਥਾ ਟੇਕਣ ਦਾ ਅੰਤਰੀਵ ਭਾਵ ਹੁੰਦਾ ਹੈ। ਗੁਰੂ ਨੂੰ ਮਿਲਣਾ, ਗੁਰੂ ਕੀ ਖੁਸ਼ੀ ਲੈਣ ਦਾ ਯਤਨ ਕਰਨਾ, ਗੁਰੂ ਅਸਥਾਨਾਂ ਦੀ ਸੇਵਾ ਕਰਨ ਦਾ ਯਤਨ ਕਰਨਾ ਤਾਂ ਕਿ ਗੁਰੂ ਕੀ ਖੁਸ਼ੀ ਸਾਨੂੰ ਮਿਲੇ। ਗੁਰੂ ਕੇ ਸਿੱਖਾਂ ਦੀ ਸੰਭਾਲ ਕਰਨੀ, ਲੰਗਰਾਂ ਦੀ ਸੰਭਾਲ ਕਰਨੀ, ਪ੍ਰਚਾਰ ਦੀ ਸੰਭਾਲ ਕਰਨੀ, ਪ੍ਰਚਾਰਕ ਦੀ ਸੰਭਾਲ ਕਰਨੀ, ਕਾਹਦੇ ਵਾਸਤੇ? ਗੁਰੂ ਕੀ ਖੁਸ਼ੀ ਮਿਲੇ ਸਾਨੂੰ। ਸਤਿਗੁਰ ਭੇਟਿਆ। ਮਹਾਰਾਜ ਕਹਿੰਦੇ ਨੇ ਜੀਵਨ ਦੀ ਚਾਲ ਹੀ ਬੜੀ ਸੋਹਣੀ ਹੋ ਜਾਂਦੀ ਹੈ, ਪੂਰੀ ਹੋਵੇ ਜੁਗਤ ਤੇ ਫਿਰ ਅਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਸਿੱਖ ਨੂੰ ਕਦੀ ਆਖਿਆ ਵੀ ਤੂੰ ਹੱਸਿਆ ਨਾ ਕਰ, ਤੂੰ ਖੇਲਿਆ ਨਾ ਕਰ, ਤੂੰ ਪਹਿਨ ਨਾ, ਹਾਂਜੀ ਤੂੰ ਖਾ ਨਾ, ਇਉਂ ਤਾਂ ਨਹੀਂ ਕਦੀ ਆਖਿਆ ਨਾ। ਲੇਕਿਨ
ਭਾਈ ਸਾਹਿਬ ਹੋਰਾਂ ਨੇ ਨਾ, ਗਿਆਨੀ ਗਿਆਨ ਸਿੰਘ ਹੋਰਾਂ ਦਾ ਵਾਕ ਮੈਨੂੰ ਯਾਦ ਆਇਆ। ਕਹਿਣ ਲੱਗੇ, ਦੇਖੋ ਸਿੱਖ ਪਹਿਨਾ ਕੇ ਪਹਿਨਦਾ ਹੈ, ਸਿੱਖ ਹਸਾ ਕੇ ਹੱਸਦਾ ਹੈ, ਔਰ ਸਿੱਖ ਖਵਾ ਕੇ ਖਾਂਦਾ ਹੈ। ਕਹਿੰਦੇ ਨੇ ਪਤਾ ਕਿਉਂ ਖਵਾ ਕੇ ਖਾਂਦਾ ਹੈ? ਗੁਰੂ ਸਾਹਿਬ ਨੇ ਆਖਿਆ, ਜਦੋਂ ਖਵਾ ਕੇ ਖਾਂਦਾ ਹੈ ਨਾ ਸਿੱਖ, ਉਸ ਵੇਲੇ ਬੰਦਗੀ ਕਰਦਾ ਹੈ। ਤੇ ਕਿਸੇ ਨੇ ਆਖਿਆ, ਭਾਈ ਸਾਹਿਬ ਤੇ ਬਾਕੀ ਕੀ ਹੋਇਆ? ਕਹਿਣ ਲੱਗੇ, ਫਿਰ ਸੁਣ ਲਓ ਤੁਸੀਂ, ਜੇ ਲੁਕਾ ਕੇ ਖਾਵੇ ਤੇ ਗੰਦਗੀ, ਵਾਹਿਗੁਰੂ। ਸਿੱਖ ਲੁਕਾ ਕੇ ਖਾਵੇ ਤੇ ਗੰਦਗੀ, ਸਿੱਖ ਵਿਖਾ ਕੇ ਖਾਵੇ ਤੇ ਸ਼ਰਮਿੰਦਗੀ। ਵਿਖਾ ਕੇ ਆਪ ਖਾਧੀ ਜਾਵੇ ਤੇ ਸ਼ਰਮਿੰਦਗੀ, ਲੇਕਿਨ ਜੇ ਵੰਡ ਕੇ ਖਾਵੇ ਤੇ ਬੰਦਗੀ। ਇਹ ਸਿੱਖ ਦੀ ਬੰਦਗੀ ਹੈ। ਔਰ ਇਵੇਂ ਚੱਲਿਆ ਜਾਵੇ, ਜੀਵਨ ਵਿੱਚ ਜੀਵਨ ਮੁਕਤ ਹੋ ਜਾਂਦਾ ਹੈ। ਫਿਰ ਕਹਿੰਦੇ ਨੇ, ਕਿਸ ਨੇ ਦੱਸੀ ਬਾਤ, ਸੋ ਸਤਿਗੁਰ ਧੰਨ ਧੰਨ ਜਿਨ ਭਰਮ ਗੜ ਤੋੜਿਆ। ਬਾਕੀ ਜਿਹੜੇ ਵਿਖਾਵੇ ਸਨ, ਜੀਵਨ ਚਾਲਾਂ ਸਨ, ਉਹਨਾਂ ਦੇ ਭਰਮ ਬਣੇ ਹੋਏ ਸਨ ਨਾ, ਗੁਰੂ ਸਾਹਿਬ ਨੇ ਸਭ ਤੋੜ ਕੇ, ਸੋ ਸਤਿਗੁਰੂ ਵਾਹ ਵਾਹ ਜਿਨ ਹਾਸਿਓਂ ਜੋੜਿਆ, ਕੇਵਲ ਕਰਤਾਰ ਨਾਲ ਜੋੜ ਦਿੱਤਾ। ਨਾਮ ਨਿਧਾਨ ਅਖੁੱਟ ਗੁਰ ਦੇ ਦਾਰੂਓ, ਰੱਬੀ ਯਾਦ ਦਾ ਖਜ਼ਾਨਾ ਅਖੁੱਟ, ਅਰੇ ਔਖਦ ਦਾਰੂ ਅਖੁੱਟ। ਜਿਹੜਾ ਮਹਾਰੋਗ ਵਿਕਰਾਲ ਤਿਨਹਿ ਬਿਦਾਰੂਓ, ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਭਿਆਨਕ ਰੋਗ ਨੇ ਨਾ, ਭਿਆਨਕ ਰੋਗ, ਜਿਨ੍ਹਾਂ ਨੂੰ ਕੋਈ ਦਵਾਈ ਨਹੀਂ ਦੂਰ ਕਰ ਸਕਦੀ, ਕੁਛ ਨਹੀਂ ਦੂਰ ਕਰ ਸਕਦਾ, ਕੇਵਲ ਕਰਤਾਰੀ ਚਿੰਤਨ ਹੀ ਦੂਰ ਕਰਦਾ ਹੈ। ਪਾਇਆ ਨਾਮ ਨਿਧਾਨ ਬਹੁਤ ਖਜ਼ਾਨੇ ਆ, ਜਿਹੜਾ ਤੁਰਿਆ ਉਸਨੇ ਸਭ ਕੁਝ ਪ੍ਰਾਪਤ ਕਰ ਲਿਆ। ਜਿਸ ਨੇ ਪ੍ਰਾਪਤ ਕਰ ਲਿਆ, ਜਿੱਤਾ ਜਨਮ ਅਪਾਰ ਆਪ ਪਛਾਨਿਆ, ਉਹਨੇ ਆਪਾ ਜਾਣ ਲਿਆ, ਜੀਵਨ ਸਫਲ ਹੋ ਗਿਆ। ਪਾਤਸ਼ਾਹ ਜੀ ਨੇ ਅਖੀਰ ਵਿੱਚ ਜਾ ਕੇ ਆਖਿਆ, ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇਵ। ਗੁਰੂ ਪਾਤਸ਼ਾਹ ਗਿਆਨ ਸਰੂਪ। ਹੁਣ ਅੱਜ ਅਸੀਂ ਆਖੀਏ, ਧੰਨ ਧੰਨ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ, ਗਿਆਨ ਸਰੂਪ। ਉਹਨਾਂ ਦੀ ਕੋਈ ਵਡਿਆਈ ਨਹੀਂ ਕਹੀ ਜਾ ਸਕਦੀ। ਗੁਰ ਪਾਰ ਬ੍ਰਹਮ ਪਰਮੇਸ਼ਵਰ ਅਪਰੰਪਰ ਅਲਖ ਅਭੇਦ। ਹੋਰ ਕੁਛ ਨਹੀਂ ਹੈ। ਰੱਬ ਰੂਪ ਨੇ, ਪਰੇ ਤੋਂ ਪਰੇ ਨੇ, ਜਿਨ੍ਹਾਂ ਦਾ ਭੇਤ ਨਹੀਂ ਜਾਣਿਆ ਜਾ ਸਕਦਾ। ਇੱਕ ਸ਼ਬਦ ਅਸੀਂ ਪਹਿਲਾਂ ਸਰਵਣ ਕੀਤਾ ਸੀ, ਜਦੋਂ ਮਹਾਰਾਜ ਆਖਦੇ ਨੇ, ਗੁਰ ਮੇਰੀ ਪੂਜਾ, ਕਿਸੇ ਹੋਰ ਦੀ ਪੂਜਾ ਨਹੀਂ, ਗੁਰ ਮੇਰੀ ਪੂਜਾ, ਗੁਰ ਗੋਬਿੰਦ, ਗੁਰ ਮੇਰਾ ਪਾਰ ਬ੍ਰਹਮ, ਗੁਰ ਭਗਵੰਤ, ਗੁਰ ਮੇਰਾ ਦੇਵ, ਅਲਖ ਅਭੇਓ, ਸਰਬ ਪੂਜ ਚਰਨ ਗੁਰ ਸਿਉ। ਕਹਿੰਦੇ ਨੇ ਪਤਾ ਹੈ ਕਿਉਂ? ਅਵਰ ਨਾਹੀ ਮੈਂ ਥਾਉ ਗੁਰ ਬਿਨ, ਅਵਰ ਨਾਹੀ ਮੈਂ ਥਾਉ, ਅਵਰ ਅਣ ਦਿਨ ਜਪਉ ਗੁਰੂ ਗੁਰ ਨਾਉ, ਅਣ ਦਿਨ ਜਪਉ ਗੁਰੂ ਗੁਰ ਨਾਉ, ਅਣ ਦਿਨ ਮਹਿਮਾ ਕਹੀ ਨਾ ਜਾਏ, ਮਹਿਮਾ ਕਹੀ ਨਾ ਜਾਏ, ਮਹਿਮਾ ਵਾਹ ਵਾਹ। ਐਸੇ ਬੇਅੰਤ ਸਤਿਗੁਰਾਂ ਦੇ, ਜਿਨ੍ਹਾਂ ਦੇ ਚਰਨਾਂ ਵਿੱਚ ਆਪ ਸਾਰੇ ਜੁੜੇ ਹੋਏ ਹੋ, ਬੜੇ ਉਦਮ ਦੇ ਨਾਲ, ਉਤਸ਼ਾਹ ਦੇ ਨਾਲ ਆਏ ਹੋ। ਮੈਂ ਸਭਨਾਂ ਨੂੰ ਜੀ ਆਇਆਂ ਆਖਦਾ। ਆਪ ਜੀ ਦਾ ਉਠਾਇਆ ਹੋਇਆ ਇੱਕ ਇੱਕ ਕਦਮ ਦਾਸ ਦੇ ਸਿਰ ਮੱਥੇ 'ਤੇ ਹੈ। ਅੱਜ ਦੂਜਾ ਦਿਨ ਸੀ। ਅੱਜ ਦੀ ਹਾਜ਼ਰੀ ਭਰ ਕੇ ਤੁਹਾਡੇ ਪਾਸੋਂ ਜਾਣਾ ਹੋਵੇਗਾ।